ਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ। ਘਰ ਦੂਜਾ ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰ ਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਗੁਰ ਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ। ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਕਿਆ ਬਗ ਬੱਪੜਾ ਛਪੜੀ ਨਹਾਏ। ਕੀਚੜ ਡੂਬੈ ਮੈਲ ਨਾ ਜਾਏ। ਕਿਆ ਬਗ ਬੱਪੜਾ ਛਪੜੀ ਨਹਾਏ। ਕੀਚੜ ਡੂਬੈ ਮੈਲ ਨਾ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਨ੍ਹਾਂ ਅਜਮਤਾਂ ਵਡਿਆਈਆਂ ਦੇ ਮਾਲਕ ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਦੀ ਯਾਤਰਾ ਕਰਦੇ ਹਾਂ। ਅੰਮ੍ਰਿਤ ਸਰੋਵਰ ਦੇ ਇਸ਼ਨਾਨ ਆਪਣੇ ਲੋਕ ਪਰਲੋਕ ਦੇ ਸੁਖ ਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਪਰਸੇ ਹਨ। ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕੀਤਾ ਹੈ। ਹੁਣ ਸਮਾਂ ਹੈ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਦੀ ਨਿਯਮਤ ਮਰਿਆਦਾ ਦੇ ਅਨੁਸਾਰ ਜੋ ਆਵਾਜ਼ਾਂ ਜੋ ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਹਰੀ ਕੇ ਮੰਦਰ ਵਿੱਚੋਂ ਅੱਜ ਸਾਨੂੰ ਪ੍ਰਾਪਤ ਹੋਇਆ। ਸ਼੍ਰੀ ਮੁੱਖ ਵਾਕ ਹੁਕਮਨਾਮੇ ਦੇ ਰੂਪ ਵਿੱਚ ਉਸ ਦੀ ਵਿਚਾਰਦਾ ਰਾਗ ਤਨਾਸਰੀ ਹੈ। ਬਾਣੀ ਦੇ ਬਖਸ਼ਿਸ਼ ਕਰਤਾ ਸਤਿਗੁਰੂ ਜਾਹਰ ਪੀਰ ਜਗਤ ਗੁਰੂ ਕਲ ਤਾਰਨ ਆਏ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਹਨ। ਇਸ ਘਰ ਨੂੰ ਇਸ ਸ਼ਬਦ ਨੂੰ ਦੂਜੇ ਘਰ ਵਿੱਚ ਗਾਉਣਾ ਹੈ। ਇਹ ਗੁਰੂ ਕੇ ਕੀਰਤਨੀਆਂ ਵਾਸਤੇ ਹੁਕਮ ਹੈ। ਕਾਵ ਦਾ ਸ਼ਬਦ ਦਾ ਜੋ ਕਾਵ ਸਰੂਪ ਹੈ ਉਹ ਅਸ਼ਟਪਦੀ ਹੈ, ਕਿਉਂਕਿ ਬਾਣੀ ਸਾਰੀ ਕਾਵ ਰੂਪ ਦੇ ਵਿੱਚ ਹੈ।
ਫਿਰ ਸਾਨੂੰ ਹੁਕਮ ਹੈ ਕਿ ਇਸ ਨੂੰ ਬਕਾਇਦਾ ਨਿਰਧਾਰਤ ਰਾਗਾਂ ਦੇ ਵਿੱਚ ਇਸ ਦਾ ਗਾਇਨ ਕੀਤਾ ਜਾਏ। ਸਾਰਿਆਂ ਤੋਂ ਪਹਿਲਾਂ ਸੱਚੇ ਪਾਤਸ਼ਾਹ ਦਾ ਪਰਮੇਸ਼ਰ ਦਾ ਮੰਗਲ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। परमात्मा एक है। हुण ये सिक्खी दा मूल सूत्र भी है। मनो ना मनो, अज मनो कल मनो, ये गल सच है कि कोई विरला होएगा जिहड़ा इस गल नूं मनदा होएगा। तुसीं कहोगे भी इदां भी हुंदा है। हाँ हुंदा है भाई। सनातन मत की एक कथा है कि धर्म राजे ने युधिष्ठिर नूं पुछया सी कि तू मात लोक विच कोई अजीब गल वेखी? कहंदा हाँ। कहंदे की? कहंदे पता सब नूं है मर जाना है, सब नूं पता। कोई मात लोक विच ऐसा बंदा मैं नहीं वेख्या जिन्हों नहीं पता। पर कहंदा उत्थे मनण लई तैयार कोई नहीं है। साडे नाल इदां ही हुंदा है। जिहड़ा मर जांदा है ये शराब बड़ी पींदा सी, जिहड़ा मर जाए ये गड्डी बड़ी गंदी चलाउंदा सी, जिहड़ा मर जाए दुखी बड़ा सी। मेरे ख्याल इन्नियां तो मैडिकल वाले रिपोर्टां नहीं बनाते जिन्नियां समाज वाले बनाते ने। वो नहीं जी, घर वाली तो दुखी सी, मरना ही सी उन्हें। मेरा ख्याल मैडिकल रिपोर्ट ही ठीक है। जे किते समाज की रिपोर्ट लै ली तो मरन वाले का तो खलारा पा देंगे लोग। पर मनण लई तैयार कोई नहीं है। हुण किनू नहीं पता भी रब एक है, पर कोई मनण लई तैयार है। मैं एक दिन सुन रहा सी, वो बंदा कह रहा है, कहता कि मैं मंदिर विच जाके सुनिया भी कोई अल्लाह नहीं है। ये मंदिर चो सुन के आया मैं। कहता पर हैरानी उदों हुई जदों मसीत जाके पता लगा भी राम भी कोई नहीं है। आप मनते भी रब एक है। जे रब एक है तो फिर अपनी कौमी हालत ये क्यों है? अज तुसी वेख लो, किसी बंदे दी कोई गल सुनो, नहीं जी वो तो उन्हां दी जथेबंदी दा है, मतलब तुहाडे धर्म नाल संबंधित नहीं है। ये याद रखना। जदों भी कोई आस्तिक आदमी गलती करता है, आस्था सारिਆਂ ਦੀ हट होती है। जदों कोई नास्तिक आदमी गल करता है तो चिड़गिदा सारे नास्तिक पाउंदे ने, चढ़ उन्हां दी मचदी है। एक्सीडेंट हो जाए, भज के खबर सुनी दी है, अखबार पढ़ी दी है, उस इलाके दे अपने 2-4 जानकार बंदियां तो पता करीदा है तुसी ठीक हो। अपना उस बस विच सी, वो बच गया, असी उहदा पाठ भी कराउने आ। पुछो भी जिहड़े मरे वो तुहाडे नहीं सी। जिथे अपने दा शुकराना कीता है, जे किते उत्थे उस बस विच बैठियां दे जख्मियां दी तंदुरुस्ती दी ते मरियां दी आत्मक शांति दी अरदास हो जाती तो की माड़ा सी। है तो आपां एक पिता एक सके आम बारक, पर मन्ने कौन? जानते हैं, मनते तो नहीं है।
ਰੱਬ ਇੱਕ ਹੈ, ਪਰ ਕੋਈ ਮੰਨਣ ਲਈ ਤਿਆਰ ਨਹੀਂ। ਜਿਨ੍ਹਾਂ ਦਾ ਰਾਮ ਆਪਣਾ ਹੈ ਉਹਨਾਂ ਦਾ ਅੱਲਾ ਬਗਾਨਾ ਹੈ, ਜਿਨ੍ਹਾਂ ਦਾ ਅੱਲਾ ਆਪਣਾ ਹੈ ਉਹਨਾਂ ਦਾ ਰਾਮ ਬਗਾਨਾ ਹੈ। ਅਸੀਂ ਤੇ ਵਾਹਿਗੁਰੂ ਦੇ ਵਿੱਚ ਵੀ ਉਲਝੇ ਹੋਏ ਹਾਂ। ਵਾਹਿਗੁਰੂ ਕਹਿਣਾ ਕਿ ਵਾਹਿਗੁਰੂ ਕਹਿਣਾ। ਮੈਂ ਤੇ ਵੀ ਇੱਕ ਸਮਾਂ ਐਸਾ ਵੀ ਵੇਖਿਆ ਸੀ ਕਿ ਬੋਲਣ ਦੇ ਤੋਂ ਵੀ ਝਗੜਾ ਸੀ, ਹਾਲਾਂਕਿ ਪਾਠ ਦੋਨੋਂ ਹੀ ਗੁਰੂ ਗ੍ਰੰਥ ਸਾਹਿਬ ਚ ਆਉਂਦੇ ਨੇ। ਵਾਹਿਗੁਰੂ ਤੇਰਾ ਸਭ ਸਦਕਾ, ਵਾਹਿਗੁਰੂ 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 ਵਾਹਿ ਜੀਓ। ਸਿੱਖੀ ਦਾ ਪਹਿਲਾ ਸੂਤਰ ਹੈ ਰੱਬ ਇੱਕ ਹੈ। ਅਗਲੀ ਗੱਲ, ਰੱਬ ਇੱਕ ਥਾਂ ਤੇ ਨਹੀਂ ਜੇ, ਇਹ ਉਸ ਤੋਂ ਵੀ ਵੱਡੀ ਗੱਲ ਹੈ। ਅਸੀਂ ਸਮਝਦੇ ਹਾਂ ਵੀ ਸਾਡੇ ਪਿੰਡ 'ਚ ਰੱਬ ਸਿਰਫ ਗੁਰਦੁਆਰੇ 'ਚ ਹੈ, ਬਾਕੀ ਜਿੱਥੇ ਮਰਜ਼ੀ ਪੱਟੀ ਲਾਓ, ਜਿੱਥੇ ਮਰਜ਼ੀ ਬੋਤਲ ਰੱਖੋ, ਜਿੱਥੇ ਮਰਜ਼ੀ ਲਲਕਾਰੇ ਮਾਰੋ। ਇਹਨੇ ਗੁਰਦੁਆਰੇ ਆ ਕੇ ਗਾਲ ਕੱਢੀ, ਕਹਿੰਦੇ ਕਿਉਂ ਇਹਦੇ ਘਰ 'ਚ ਤੇ ਕੋਈ ਪਰਮਿਟ ਸੀ, ਭਾਵੇਂ 20 ਕੱਢੇ। ਗੁਰਦੁਆਰੇ ਹੋਏ ਸੋਝੀ ਪਾਏ ਸੀ। ਇਹ ਧਰਮਸ਼ਾਲਾ ਤੁਸੀਂ ਆਪ ਬਣਾਈਆਂ ਨੇ ਜਾਂ ਤੁਹਾਡੇ ਗੁਰੂ ਨੇ ਤੁਹਾਨੂੰ ਬੰਨ੍ਹ ਕੇ ਦਿੱਤੀਆਂ ਨੇ? ਇਹਦਾ ਅਰਥ ਇਹ ਨਹੀਂ ਸੀ ਕਿ ਤੁਸੀਂ ਜੋ ਘਰ ਕਰਦੇ ਹੋ ਉਹ ਗੁਰਦੁਆਰੇ ਕਰਨਾ ਹੈ। ਇਹਦਾ ਅਰਥ ਇਹ ਸੀ ਵੀ ਜੋ ਗੁਰਦੁਆਰੇ ਕਰਦੇ ਇਹੋ ਹੀ ਘਰ ਕਰਨਾ ਹੈ। ਜਿਹੜੀ ਚੀਜ਼ ਤੁਹਾਡੇ ਗੁਰੂ ਦੇ ਘਰ ਵਿੱਚ ਮਨਾ ਹੈ ਉਹ ਤੁਹਾਨੂੰ ਆਪਣੇ ਘਰ ਵਿੱਚ ਕਦੇ ਵੀ ਉਹਦੀ ਇਜਾਜ਼ਤ ਨਹੀਂ ਹੋ ਸਕਦੀ। ਘਰ ਘਰ ਅੰਦਰ ਧਰਮਸ਼ਾਲਾ ਦਾ ਭਾਈ ਗੁਰਦਾਸ ਨੇ ਸਾਨੂੰ ਸਿਧਾਂਤ ਦੱਸਿਆ ਸੀ, ਪਰ ਅਸੀਂ ਕਮਾਲ ਕਰ ਦਿੱਤੀ। ਧੰਦੇ ਨੂੰ ਧਰਮ ਬਣਾਉਣਾ ਸੀ, ਧਰਮ ਨੂੰ ਹੀ ਧੰਦਾ ਬਣਾ ਲਿਆ। ਰੋਟੀ ਖਾਈਏ ਸ਼ੱਕਰ ਸੇ, ਦੁਨੀਆ ਲੁੱਟੀਏ ਮੱਕਰ ਸੇ। ਇੱਕ ਸਮਾਂ ਸੀ ਲੋਕ ਆਖਦੇ ਹੁੰਦੇ ਸੀ ਅੱਜ ਅਮਕੇ ਪ੍ਰਚਾਰਕ ਨੇ ਆਉਣਾ ਹੈ, ਅੱਜ ਅਮਕੇ ਗੁਰੂ ਕੇ ਕੀਰਤਨੀਏ ਨੇ ਆਉਣਾ ਹੈ। ਲੋਕ ਜਾਂਦੇ ਸਨ, ਉਡੀਕਦੇ ਸਨ। ਹੁਣ ਤੇ ਵੀ ਮੈਨੇਜਮੈਂਟ ਦੀ ਭੇਟਾ ਚੜ ਗਿਆ। ਅਸੀਂ ਆਪਣੀ ਧਰੋਹਰ, ਆਪਣੀ ਵਿਰਾਸਤ ਨਾ ਤਾਂ ਸਮਝ ਪਾ ਰਹੇ ਹਾਂ, ਨਾ ਸੰਭਾਲ ਪਾ ਰਹੇ ਹਾਂ। ਭਾਈ ਮਨਸੁਖ ਨੂੰ ਰਾਜੇ ਸ਼ਿਵਨਾਭ ਨੇ ਪੁੱਛਿਆ ਵੀ ਮੈਨੂੰ ਇਹ ਦੱਸ, ਤੂੰ ਵਪਾਰੀ ਬੰਦਾ ਹੈ। ਅੱਜ ਅੰਗਰੇਜ਼ੀ ਦਾ ਇੱਕ ਸ਼ਬਦ ਮੈਂ ਬੋਲਣਾ ਚਾਹੁੰਦਾ ਜਿਹਦਾ ਸ਼ਾਇਦ ਅਰਥ ਛੇਤੀ ਸਮਝ ਆ ਜਾਏ ਕਿ ਤੇਰੇ ਵਪਾਰ ਵਿੱਚ ਇੰਨੀ ਸੁਚਮਤਾ, ਇੰਨੀ ਪਵਿੱਤਰਤਾ, ਇੰਨੀ ਪਾਰਦਰਸ਼ਤਾ, ਇਹਨੂੰ ਅੱਜ ਦੇ ਸ਼ਬਦਾਂ 'ਚ ਆਪਾਂ ਕਹਿੰਦੇ ਟਰਾਂਸਪੇਰੈਂਟ। ਇਹੋ ਜਿਹਾ ਵਪਾਰ ਹੈ ਤੇਰਾ। ਉਹਨੇ ਇਹ ਤਾਂ ਨਹੀਂ ਕਿਹਾ ਵੀ ਮੈਂ ਮਾਰਕੀਟ 'ਚ 60 ਸਾਲ ਤੋਂ ਬੈਠਾ ਜੀ, ਪਹਿਲਾਂ ਮੇਰਾ ਦਾਦਾ ਪੜਦਾਦਾ ਮਾਰਕੀਟ 'ਚ ਬੈਠਾ, ਅਸੀਂ ਬੜੇ ਪੁਰਾਣੇ ਬੈਠੇ ਹਾਂ ਜੀ। ਨਾ, ਉਹਨੇ ਇੱਕੋ ਗਿਆ, ਉਹਨੇ ਕਿਹਾ ਮੇਰਾ ਗੁਰੂ ਗੁਰੂ ਨਾਨਕ ਹੈ। ਉਹ ਕਹਿੰਦਾ ਕਮਾਲ ਹੈ, ਜੇ ਗੁਰੂ ਦਾ ਸਿੱਖ ਇਦਾਂ ਦਾ ਸਿੱਖ ਹੈ ਤੇ ਉਹ ਤਾਂ ਗੁਰੂ ਕਿੱਦਾਂ ਦਾ ਹੋਏਗਾ? ਮੈਂ ਤਾਂ ਜਦੋਂ ਆਵਾਂ ਆਨੇ ਬਹਾਨੇ ਜ਼ਰੂਰ ਬੇਨਤੀ ਕਰਦਾ ਵੀ ਕਲਯੁਗ ਬਹੁਤ ਵਧੀਆ ਹੈ। ਕਲਯੁਗ ਊਤਮੋ ਜੁਗਾਂ ਮਾਹੇ। ਜਦੋਂ ਕਦੇ ਗੱਲ ਕਰੋਗੇ ਸਤਯੁਗ, ਦੁਆਪਰ, ਤ੍ਰੇਤਾ, ਭਣੀਐ, ਜਦੋਂ ਬਹਿ ਕੇ ਗੱਲ ਕਰੋਗੇ ਸਤਯੁਗ ਦੀਆਂ ਗੱਲਾਂ ਕਰਿਓ, ਤ੍ਰੇਤੇ ਦੀਆਂ ਕਰਿਓ, ਦੁਆਪਰ ਦੀਆਂ ਕਰਿਓ। ਪਰ ਕੀ ਕਰਨੀਆਂ, ਅਸੀਂ ਤੇ ਪਿਛਲੇ ਸਾਲ ਦੀਆਂ ਨਹੀਂ ਕਰਦੇ।
ਜਿੰਨੀ ਬੇਇੱਜ਼ਤੀ ਪਿਛਲੇ ਸਾਲ ਕਰਾਈ, ਜਿੰਨੇ ਘਾਟੇ ਪਿਛਲੇ ਸਾਲ ਖਾਦੇ, ਜਿੰਨੇ ਵਾਰੀ ਪਿਛਲੇ ਸਾਲ ਮਾਫੀ ਮੰਗੀ ਕਿਤੇ ਕੀਤੀ ਹੁੰਦੀ ਤੇ ਆਹ ਸਾਲ ਠੀਕ ਨਿਕਲ ਜਾਂਦਾ ਸਾਡਾ। ਪਿਛਲੀਆਂ ਗੱਲਾਂ ਕੌਣ ਕਰਦਾ? ਟਾਈਮ ਕਿਹਦੇ ਕੋਲੇ ਹੈ? ਮੈਂ ਤਾਂ ਰਾਤੀ ਵੀ ਨਵੇਂ ਸ਼ਹਿਰ ਬੇਨਤੀ ਕਰਕੇ ਆਇਆ ਕਿ ਜਿਨ੍ਹਾਂ ਸਿੱਖਾਂ ਦੇ ਗੁਰੂ ਦੀ ਇੱਕ ਬਾਣੀ ਗੋਸ਼ਟ ਹੋਵੇ, ਅੱਜ ਉਸ ਘਰ 'ਚ ਗੋਸ਼ਟ ਹੀ ਹੈ ਨਹੀਂ। ਮੈਂ ਤੇ ਇਦਾਂ ਬਾਹਾਂ ਕਰਦੇ ਵੇਖੇ ਨੇ, ਕਹਿੰਦਾ ਆ ਜੀ ਗੁਰਦੁਆਰੇ ਆ ਜੀ ਐਤਵਾਰ, ਕਹਿੰਦਾ ਛਿੰਝ ਪਾਉਣੀ ਗੁਰਦੁਆਰੇ ਜਾ ਕੇ ਤੁਸੀਂ। ਇੱਕ ਸ਼ਬਦ ਹੈ ਗੁਰਬਾਣੀ ਦਾ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਇਹ ਸਾਡੇ ਵਾਸਤੇ ਸੀ, ਅਸੀਂ ਇਹਦੀ ਸਿੱਠਣੀ ਬਣਾਈ ਹੈ। ਗੁਰੂ ਦੀ ਹਜ਼ੂਰੀ 'ਚ ਰਾਜਨੀਤਿਕ ਲੋਕਾਂ ਨੂੰ ਸਿੱਠਣੀ ਦਿੰਦੇ ਆ, ਕਿਉਂਕਿ ਸਾਨੂੰ ਅਸੀਂ ਗੁਰੂ ਨਾਲ ਜੁੜੇ, ਅਸੀਂ ਗੁਰਬਾਣੀ ਦੀਆਂ ਸਿੱਠਣੀਆਂ ਦਿੰਦੇ ਆ। ਸਿੱਠਣੀਆਂ ਤੇ ਉਹ ਵੀ ਦਿੰਦੇ ਨੇ ਜਿਹੜੇ ਖੁੰਡ ਚਰਚਾ ਕਰਦੇ ਨੇ। ਲੈ 100 ਚੂਹਾ ਖਾ ਕੇ ਕਹਿੰਦਾ ਮਿਲੀ ਹੱਜ ਨੂੰ ਚੱਲੀ, ਲੈ ਹੁਣ ਕਹਿੰਦਾ ਜੀ ਇਹ ਡੱਡੀਆਂ ਵੀ ਖੁਰੀਆਂ ਲਵਾਉਣ ਤੁਰ ਪਈਆਂ। ਉਹ ਇਦਾਂ ਦੀਆਂ ਦਿੰਦੇ, ਅਸੀਂ ਇਦਾਂ ਦੀਆਂ ਦਿੰਦੇ ਆ। ਇਹ ਪੋਲੀਟੀਸ਼ੀਅਨਾਂ ਵਾਸਤੇ ਸ਼ਬਦ ਤਾਂ ਨਹੀਂ ਹੈਗਾ ਕਿ ਸਾਡੀ ਦੁਬਦਾ ਦੂਰ ਹੋ ਗਈ ਹੈ ਕਿ ਅਸੀਂ ਰਾਜਨੀਤਿਕ ਲੋਕਾਂ ਨੂੰ ਸਿੱਠਣੀ ਦੇਣੀ ਸ਼ੁਰੂ ਕਰ ਦਈਏ ਕਿ ਦੁਬਦਾ ਦੂਰ ਕਰੋ ਲਿਵ ਲਾਏ। ਦੁਬਦਾ ਤਾਂ ਸਾਡੇ 'ਚ ਹੈ। ਅਸੀਂ ਇਕੱਤਰ ਹੋਣਾ ਸੀ, ਅਸੀਂ ਗੁਰੂ ਕੋਲ ਆ ਕੇ ਬਹਿਣਾ ਸੀ। ਸਿੱਧ ਜੋਗੀ ਲੋਕ ਕਿਤਨੇ ਵਾਰੀ ਗੁਰੂ ਨਾਨਕ ਸਾਹਿਬ ਨੂੰ ਮਿਲੇ, ਇਹ ਪਤਾ ਕਰਿਓ। ਲੜਨ ਕਦੇ ਨਹੀਂ ਆਏ, ਚਰਚਾ ਕਰਨ ਆਏ। ਤੇ ਤੁਹਾਡੇ ਗੁਰੂ ਨੇ ਲੜ ਕੇ ਨਹੀਂ, ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋ ਸੋ ਆਪਣਾ ਪੰਥ ਨਰਾਲਾ। ਗੁਰੂ ਨਾਨਕ ਦੇ ਸ਼ਬਦ ਵਿੱਚ ਜਾਦੂ ਸੀ, ਉਹਦੇ ਸ਼ਬਦ ਵਿੱਚ ਕਰਾਮਾਤ ਸੀ, ਅੱਜ ਵੀ ਹੈ। ਮੈਂ ਤਾਂ ਰੋਜ਼ ਬੇਨਤੀ ਕਰਦਾ ਵੀ ਕੋਈ ਆਦਮੀ ਦੱਸ ਦੇ ਜੀ ਵੀ ਮੈਂ ਬਾਣੀ ਪੜ੍ਹਦਾ ਤੇ ਮੈਨੂੰ ਘਾਟਾ ਹੈ। ਹਾਂ ਘਾਟਾ ਹੈ, ਤੁਸੀਂ ਜਿੱਦਾਂ ਬਾਣੀ ਪੜ੍ਹਦੇ ਹੋ ਘਾਟੇ ਵਾਲੀ ਬਾਣੀ ਹੈ, ਪੜ੍ਹਦੇ ਘਾਟੇ ਵਾਲੀ ਹੋ ਤੁਸੀਂ। ਤੁਹਾਨੂੰ ਹੁਕਮ ਸੀ ਜਪਜੀ ਸਾਹਿਬ ਪੜ੍ਹਨਾ, ਸਵੇਰੇ ਉੱਠ ਕੇ ਪੜ੍ਹਦੇ ਹੋ ਨਾ। ਵੇਖੋ ਨਿਤਨੇਮ ਦਾ ਗੁਟਕਾ ਸਮਝ ਆਉਂਦਾ ਹੈ, ਸੁਖਮਨੀ ਸਾਹਿਬ ਦਾ ਗੁਟਕਾ ਸਮਝ ਆਉਂਦਾ ਹੈ, 5 ਗ੍ਰੰਥੀ 10 ਗ੍ਰੰਥੀ ਸਮਝ ਆਉਂਦੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਵਰੂਪ ਸਮਝ ਆਉਂਦਾ ਹੈ। ਤੁਸੀਂ ਸੁਖਮਨਾ ਸਾਹਿਬ ਦਾ ਗ੍ਰੰਥ ਵੀ ਬਣਾ ਲਿਆ, ਦੁੱਖ ਭੰਜਣੀ ਦੇ ਗੁਟਕੇ ਵੀ ਬਣਾ ਲਏ, ਹੁਣ ਚੁਪਹਿਰਾ ਸਾਹਿਬ ਦੇ ਗੁਟਕੇ ਵੀ ਬਣਾ ਲਏ। ਤੁਹਾਨੂੰ ਹੁਕਮ ਸੀ ਸਵੇਰੇ ਉੱਠ ਕੇ ਜਪਜੀ ਪੜ੍ਹਨਾ ਹੈ, ਫਿਰ ਜਾਪ ਸਾਹਿਬ ਪੜ੍ਹਨਾ ਹੈ, ਫਿਰ ਸੋਈਏ ਪੜ੍ਹਨੇ, ਫਿਰ ਚੌਪਈ ਪੜ੍ਹਨੀ, ਫਿਰ ਨਾਮ ਸਾਹਿਬ ਪੜ੍ਹਨਾ ਹੈ। ਹੁਣ ਅੱਗੇ ਚੱਲੋ, ਹੁਣ ਦੱਸੋ ਕੀ ਪੜ੍ਹਨਾ ਹੈ? ਸੁਖਮਨੀ ਸਾਹਿਬ ਪੜ੍ਹਨਾ ਹੈ, ਪੜ੍ਹੋ। ਆਸਾ ਕੀ ਵਾਰ ਕੀਰਤਨ ਕਰਨਾ ਹੈ, ਕਰੋ। ਹੁਣ ਹੋਰ ਵੇਲਾ ਹੈਗੇ ਹੋ, ਟਾਈਮ ਹੈਗਾ ਤੁਹਾਡੇ ਕੋਲ, ਸਹਿਜ ਪਾਠ ਰੱਖ ਲਓ, ਪੜ੍ਹੋ। ਫਿਰ ਦੱਸਿਓ ਵੀ ਤੁਹਾਨੂੰ ਕੋਈ ਕਮੀ ਹੈ। ਸਾਡਾ ਨੁਕਸਾਨ ਹੀ ਉਦੋਂ ਹੋਇਆ ਜਿੱਦਣ ਅਸੀਂ ਇੱਥੇ ਆ ਕੇ ਖਲੋ ਗਏ ਆ। ਕਿਹੜੇ ਗੁਰਦੁਆਰੇ ਕਿੰਨੇ ਦਿਨ ਜਾਣਾ ਚਾਹੀਦਾ, ਕਿਹੜਾ ਪਾਠ ਕਿੰਨੇ ਦਿਨ ਕਰਨਾ ਚਾਹੀਦਾ। ਕਹਿਣ ਵਾਲੇ ਵੀ ਨਹੀਂ ਸੋਚਦੇ, ਸੁਣਨ ਵਾਲੇ ਤਾਂ ਹੱਦ ਹੀ ਹੋ ਗਈ ਨਾ। ਅੱਜ ਤਾਂ ਕਹਿੰਦੇ ਦਰਬਾਰ ਸਾਹਿਬ ਨਾਲੋਂ ਵੀ ਉੱਥੇ ਸੰਗਤ ਜ਼ਿਆਦੀ ਹੈ। ਫਿਰ ਕੀ ਕਰੀਏ, ਦਰਬਾਰ ਸਾਹਿਬ ਦਾ ਵੱਧ ਕਰ ਦਈਏ? ਫਿਰ ਕਿਸ ਦਰਬਾਰ ਸਾਹਿਬ ਦੀਆਂ ਗੱਲਾਂ ਕਰਦੇ ਹੋ ਤੁਸੀਂ? ਜਿਸ ਦਰਬਾਰ ਸਾਹਿਬ ਦੀ ਇੱਕ ਗੱਲ ਸੁਣ ਕੇ 18 ਸ਼ੇਰ ਦਾ ਖੰਡਾ ਲੈ ਕੇ ਇੱਕ ਪ੍ਰੌੜ ਉਮਰ ਦਾ ਬਜ਼ੁਰਗ ਆ ਕੇ ਤਰਨਤਾਰਨ ਸਾਹਿਬ ਲਕੀਰ ਖਿੱਚ ਦੇਵੇ ਵੀ ਹੁਣ ਦੱਸੋ ਅੱਗੇ ਚੱਲਣਾ ਕਿ ਪਿੱਛੇ ਚੱਲਣਾ ਹੈ? ਖਾਲਸਾ ਜੀ, ਤੁਹਾਡੇ ਤੋਂ ਦਰਬਾਰ ਸਾਹਿਬ ਤੋਂ ਬਾਅਦ ਕੁਝ ਨਹੀਂ ਹੈਗਾ ਹੁਣ। ਰਵਾਨਾ ਸਾਹਿਬ ਕਹਿੰਦੇ ਹੁੰਦੇ ਸੀ ਕਿ ਮੈਨੂੰ ਤੇ ਮੋਟੀ ਮੋਟੀ ਗੱਲ ਸਮਝ ਆਈ ਹੈ ਕਿ ਜਿਹਦੇ ਕੋਲੇ ਅੰਮ੍ਰਿਤ ਹੈ, ਜਿਹਦੇ ਕੋਲੇ ਅੰਮ੍ਰਿਤ ਵੇਲਾ ਹੈ ਤੇ ਜਿਹਦੇ ਕੋਲੇ ਅੰਮ੍ਰਿਤ ਸਾਰੇ, ਉਹਦੀ ਸਿੱਖੀ ਨੂੰ ਕੋਈ ਖਤਰਾ ਨਹੀਂ।
ਹੈ ਤੇ ਉਹਨਾਂ ਦੀ ਆਪਣੀ ਭਾਵਨਾ ਹੈ, ਪਰ ਕਿਤੇ ਤਾਂ ਆਪਾਂ ਵੀ ਦ੍ਰਿੜ ਹੋ ਜਾਈਏ। ਕੋਈ ਆਦਮੀ ਦੱਸ ਦੇ ਕਿ ਮੈਂ ਪਹਿਲਾਂ ਸਵੇਰੇ 5 ਬਾਣੀਆਂ ਦਾ ਪਾਠ ਕਰਦਾ, ਫਿਰ ਮੈਂ ਸੁਖਮਨੀ ਸਾਹਿਬ ਕਰਦਾ, ਫਿਰ ਮੈਂ ਸਹਿਜ ਪਾਠ ਕਰਦਾ, ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦਾ, ਮੇਰੇ ਘਰ ਰੋਜ਼ ਕੜਾਹ ਪ੍ਰਸ਼ਾਦ ਦੀ ਦੇਗ ਬਣਦੀ ਹੈ, ਚਾਹ ਮਗਰੋਂ ਬਣਦੀ ਹੈ। ਫਿਰ ਆ ਕੇ ਕੋਈ ਮੈਨੂੰ ਆ ਕੇ ਦੱਸ ਦੇ ਕਿ ਮੈਂ ਦੁਖੀ ਹਾਂ। ਹਾਂ, ਇਹ ਹੋ ਸਕਦਾ ਹੈ ਕਿ ਉਹਦੇ ਘਰ ਮੀਰਾਂ ਵਰਗੇ ਹੈਲੀਕਾਪਟਰ ਨਾ ਹੋਣ। ਮੈਂ ਗੱਲ ਕਹਾਂ, ਮੇਰੀ ਗੱਲ ਦਾ ਗੁੱਸਾ ਨਾ ਕਰਨਾ। ਆ ਜਿਹੜੇ ਲੁੱਟ ਖੋਹ ਤੇ ਲੱਗੇ ਨੇ ਨਾ, ਇਹਨਾਂ ਦੀਆਂ ਦੋ ਹੀ ਨਿਸ਼ਾਨੀਆਂ ਨੇ, ਜਾਂ ਤੇ ਇਹਨਾਂ ਦੀ ਔਲਾਦ ਮਾੜੀ ਹੋਏਗੀ ਤੇ ਜਾਂ ਆਪ ਵਿੰਗੇ ਟੇਢੇ ਹੋਣਗੇ। ਜੇ ਤੁਹਾਡੇ ਤੇ ਗੁਰੂ ਦੀ ਕਿਰਪਾ ਹੈ, ਚੇਤਾ ਰੱਖਣਾ, ਮੈਨੂੰ ਇਹ ਨਹੀਂ ਪਤਾ ਕਿ ਤੁਹਾਡੇ ਪੁੱਤਰ ਦਾ ਪੈਕੇਜ ਕਿੰਨਾ ਹੋਏਗਾ, ਪਰ ਇਹ ਮੈਨੂੰ ਜ਼ਰੂਰ ਪਤਾ ਹੈ ਤੁਹਾਡਾ ਪੁੱਤਰ ਤੁਹਾਡੇ ਪੈਰਾਂ 'ਚ ਬੈਠਾ ਹੋਏਗਾ। ਇਹ ਮੈਨੂੰ ਪਤਾ ਹੈ। ਕਿਸ ਬਾਬੇ ਬੁੱਢੇ ਦੀਆਂ ਗੱਲਾਂ ਕਰਦੇ ਹੋ ਤੁਸੀਂ? ਸਿਰਫ ਪੁੱਤਰ ਮੰਗਣ ਤੱਕ ਹੀ ਬਾਬਾ ਬੁੱਢਾ ਰੱਖ ਲਿਆ ਤੁਸੀਂ। 125 ਸਾਲ ਦਾ ਬਾਬਾ ਬੁੱਢਾ। ਇੱਕ ਸਮਾਂ ਐਸਾ ਆਉਂਦਾ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਹਿੰਦਾ ਹੈ, ਮਹਾਰਾਜ ਮੈਂ ਘਰ ਜਾਣਾ ਚਾਹੁੰਦਾ। ਅੱਜ ਕਿਸੇ ਬਜ਼ੁਰਗ ਦੀ ਹਿੰਮਤ ਹੈ ਕਵੇ ਮੈਂ ਘਰ ਨੂੰ ਜਾਵਾਂ? ਘਰ ਦੇ ਨਿਆਣੇ ਕਹਿੰਦੇ ਜਾ ਮਰ ਜਾ ਪਰਾਂ, ਕਿਤੇ ਗੁਰਦੁਆਰੇ ਚਲ ਜਾ, ਘੜੀ ਜਾਣ ਖਾਦੀ ਉਹ। ਸਾਰੀ ਉਮਰ ਗੁਰੂ ਦੇ ਘਰ ਵਿੱਚ ਕੱਢੀ ਹੈ। ਕਹਿਣ ਲੱਗੇ ਹੁਣ ਗੁਰੂ ਜੀ ਮੈਂ ਸੇਵਾ ਕਰਨ ਆਇਆ ਸੀ, ਹੁਣ ਸਰੀਰ ਸੇਵਾ ਮੰਗਣ ਲੱਗ ਗਿਆ। ਉਡੀਕਦਾ ਰਹਿਣਾ ਕੋਈ ਜਲ ਲਿਆ ਕੇ ਦੇਵੇ, ਕੋਈ ਪ੍ਰਸ਼ਾਦਾ ਲਿਆ ਦੇਵੇ, ਕੋਈ ਬਸਤਰ ਧੋ ਦੇਵੇ, ਕੋਈ ਜਲ ਭਰ ਦੇਵੇ, ਮੈਂ ਇਸ਼ਨਾਨ ਕਰ ਲਵਾਂ। ਹੁਣ ਸਰੀਰ ਸੇਵਾ ਮੰਗਦਾ ਹੈ, ਕਰਦਾ ਨਹੀਂ, ਮੈਂ ਘਰ ਜਾਣਾ ਚਾਹੁੰਦਾ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਜਾਓ। ਪਰ ਇੱਕ ਗੱਲ ਬਾਬਾ ਜੀ, ਫਿਰ ਅੱਜ ਤੋਂ ਬਾਅਦ ਤੁਸੀਂ ਸਾਡੇ ਦਰਸ਼ਨ ਕਰਨ ਨਹੀਂ ਆਉਣਾ। ਦੇਖੋ ਜਿਹੜੀ ਸਾਖੀ ਮੈਂ ਪੜ੍ਹੀ ਹੈ, ਬਾਬਾ ਜੀ ਰੋ ਪਏ। ਕਿਉਂ? ਕਹਿੰਦੇ ਨਹੀਂ ਅੱਜ ਤੋਂ ਬਾਅਦ ਤੁਸੀਂ ਨਹੀਂ ਆਉਣਾ, ਮੈਂ ਆਊਗਾ। ਇਦਾਂ ਹੀ ਇਤਿਹਾਸ ਹੈ ਤੁਹਾਡਾ। ਇੱਥੇ ਜਵਾਨੀ 'ਚ ਘਰ ਗੁਰਦੁਆਰੇ ਦੀਆਂ ਚੀਜ਼ਾਂ ਘਰ ਨੂੰ ਚੁੱਕੀ ਜਾਂਦੇ ਨੇ, ਜਦੋਂ ਘਰ ਦੇ ਅੱਗੋਂ ਪੈਂਦੇ ਨੇ ਫਿਰ ਉਧਰ ਦੀਆਂ ਚੀਜ਼ਾਂ ਐਨੂੰ ਚੁੱਕੀ ਆਉਂਦੇ ਨੇ ਗੁਰਦੁਆਰੇ ਨੂੰ। ਤੁਹਾਡੇ ਗੁਰੂ ਨਾਨਕ ਨੇ ਕੋਈ ਚੀਜ਼ ਦਿੱਤੀ ਗੁਰਦੁਆਰੇ ਨੂੰ? ਇੱਕ ਵੀ ਚੀਜ਼ ਮਹਿਤੇ ਕਾਲੂ ਦੀ ਗੁਰੂ ਅੰਗਦ ਸਾਹਿਬ ਨੂੰ ਨਹੀਂ ਦਿੱਤੀ। ਪੁੱਤਰਾਂ ਦੀ ਚੀਜ਼ ਪੁੱਤਰਾਂ ਨੂੰ ਦਿੱਤੀ ਹੈ, ਸੇਵਕ ਦੀ ਵਸਤੂ ਸੇਵਕ ਨੂੰ ਦਿੱਤੀ ਹੈ। ਬਾਜੋ ਜਿਹੜੇ ਮੈਂ ਤੇ ਕਹਿੰਦਾ ਬਹੁਤਾ ਨੁਕਸਾਨ ਹੀ ਸਾਡਾ ਪ੍ਰਚਾਰਕਾਂ ਨੇ ਕਰ ਦਿੱਤਾ। ਆਪਣੀ ਨਵੀਂ ਗੱਲ ਕਰਨ ਵਾਸਤੇ ਉਹ ਨਵੀਂ ਹੁਜਤ ਕੱਢ ਲਿਆਉਂਦੇ, ਨਵੀਂ ਖੋਜ ਕੱਢ ਲਿਆਉਂਦੇ। ਕਿੰਨੀਆਂ ਮਨੌਤਾਂ ਸਾਡੀਆਂ ਉਹਨਾਂ ਨੂੰ ਤੋੜਨ ਤੇ ਥੌੜੀ ਲੈ ਕੇ ਤੁਰੇ ਹੋਏ ਨੇ। ਪਰ ਅੱਜ ਕਿੱਥੋਂ ਨਵਾਬ ਕਪੂਰ ਸਿੰਘ ਲੈ ਕੇ ਆਈਏ? ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਕੀ ਕਿਹਾ? ਕਹਿੰਦਾ ਜਿੱਥੇ ਪਰਿਵਾਰ ਵਿਛੋੜਾ ਗੁਰਦੁਆਰਾ ਬਣਿਆ, ਇਹ ਉਹ ਅਸਲ ਥਾਂ ਨਹੀਂ ਜਿੱਥੇ ਪਰਿਵਾਰ ਵਿਛੜਿਆ ਸੀ। ਇਹ ਗੱਲ ਆਨੰਦਪੁਰ ਸਾਹਿਬ ਦੀ ਹੈ, ਤਖਤ ਕੇਸਗੜ੍ਹ ਸਾਹਿਬ ਦੀ ਹੈ। ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਵਿਦਵਾਨਾਂ ਵਿੱਚ ਕਿਹਾ। ਸਰਦਾਰ ਕਪੂਰ ਸਿੰਘ ਚਲੇ ਗਏ, ਕਹਿੰਦੇ ਪ੍ਰੋਫੈਸਰ ਸਾਹਿਬ ਕਿਉਂ ਗੁਰਦੁਆਰਾ ਢਾਉਣਾ ਜੇ? ਇਹਨਾਂ ਢਾ ਦੇਣਾ ਜੇ ਸਿੱਖਾਂ ਨੇ। ਚਲੋ ਇਹ ਦੱਸੋ ਵੀ ਜੇ ਇੱਥੋਂ ਗੁਰਦੁਆਰਾ ਢਾ ਦਈਏ, ਜਿੱਥੇ ਤੁਸੀਂ ਕਹਿੰਦੇ ਉੱਥੇ ਬਣਾ ਦਈਏ, ਕਹਿੰਦਾ ਫਿਰ ਪਰਿਵਾਰ ਵਿਛੜ ਤੋਂ ਬਚ ਜਾਊਗਾ। ਮਤਲਬ 2-400 ਮੀਟਰ 200 ਮੀਟਰ ਦਾ ਹੀ ਫਰਕ ਪੈਣਾ ਸੀ ਨਾ, ਵੀ ਇੱਥੇ ਨਹੀਂ ਤੇ ਇੱਥੇ ਬਣਾ ਦਿਓ। ਉਹ ਕਹਿੰਦੇ ਫਿਰ ਪਰਿਵਾਰ ਬਚ ਜਾਏਗਾ ਗੁਰੂ ਦਾ? ਕਹਿੰਦਾ ਜੀ ਨਹੀਂ, ਕਹਿੰਦਾ ਫਿਰ ਗੁਰਦੁਆਰਾ ਬਣਿਆ ਰਹਿਣ ਦਿਓ। ਫਿਰ ਕਾਹਨੂੰ ਇਹ ਢਵਾ ਕੇ ਇੱਕ ਹੋਰ ਬਣਾਉਣਾ ਜੇ ਤੁਸੀਂ? ਸਾਡੇ 'ਚ ਹੁਜਤ ਕਰਨ ਵਾਲਿਆਂ ਦੀ ਤਾਂ ਹੱਦ ਹੋ ਗਈ ਹੈ। ਰੱਬ ਇੱਕ ਹੈ। ਸਭ ਤੋਂ ਵੱਡੀ ਗੱਲ ਸੀ ਇੱਕ ਥਾਂ ਤੇ ਨਹੀਂ ਸੀਗਾ ਉਹ ਤੁਹਾਡੇ ਘਰ ਵਿੱਚ, ਤੁਹਾਡੀ ਗੱਡੀ 'ਚ, ਤੁਹਾਡੀ ਫੈਕਟਰੀ 'ਚ। ਇੰਨਾ ਸਰਬ ਵਿਆਪਕ ਹੋ ਕੇ ਵੀ ਉਹ ਸਾਰਿਆਂ ਨੂੰ ਨਹੀਂ ਮਿਲਦਾ। ਮਿਲੂਗਾ ਗੁਰੂ ਦੀ ਕਿਰਪਾ ਨਾਲ, ਇਦਾਂ ਨਹੀਂ ਮਿਲਦਾ।
ਜਿੱਦਾਂ ਅਸੀਂ ਤੁਰੇ ਹੋਏ ਨਾ ਤੂੰ ਆਵੇਂ ਬਸ ਬਹੁਤ ਕਿਨਾਵਣੇ, ਨਾ ਤੂੰ ਆਵੇਂ ਬਸ ਵੇਦ ਪੜਾਵਣੇ, ਨਾ ਤੂੰ ਆਵੇਂ ਬਸ ਧਰਤੀ ਧਾਈਏ, ਨਾ ਤੂੰ ਆਵੇਂ ਬਸ ਤੀਰਥ ਨਹਾਈਏ, ਨਾ ਤੂੰ ਆਵੇਂ ਬਸ ਕਿਤੇ ਸਿਆਣਪ ਹੈ, ਨਾ ਤੂੰ ਆਵੇਂ ਬਸ ਬਹੁਤਾ ਦਾਨ ਦੇ, ਸਭ ਕੋ ਤੇਰੇ ਵਸ ਅਗੰਮ ਗੋਚਰਾ, ਤੂੰ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ। ਘਰ ਦੂਜਾ ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰ ਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਰਾਗ ਤਨਾਸਰੀ ਹੈ। ਬਾਣੀ ਦੇ ਉਚਾਰਨ ਕਰਤਾ ਸਤਿਗੁਰੂ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਹਨ। ਘਰ ਦੂਜੇ ਵਿੱਚ ਬਾਣੀ ਨੂੰ ਗਾਉਣਾ ਹੈ। ਬਾਣੀ ਦਾ ਕਾਵਿ ਸਰੂਪ 8 ਪਦੇ ਹਨ। ਪ੍ਰਮਾਤਮਾ ਇੱਕ ਹੈ ਪਰ ਇੱਕ ਥਾਂ ਤੇ ਨਹੀਂ ਹੈ, ਉਹ ਸਾਰੀਆਂ ਥਾਵਾਂ ਤੇ ਹੈ। ਉਹ ਸਾਰੀਆਂ ਥਾਵਾਂ ਤੇ ਰਹਿਣ ਵਾਲਾ ਪ੍ਰਮਾਤਮਾ ਸਾਰਿਆਂ ਨੂੰ ਨਹੀਂ ਮਿਲਦਾ, ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਗੁਰੂ ਇੱਕ ਸਾਗਰ ਹੈ। ਗੁਰੂ ਕੀ ਹੈ ਪਤਾ ਹੀ ਨਹੀਂ। ਸਾਨੂੰ ਨਹੀਂ ਪਤਾ ਗੁਰੂ ਕਿਹਨੂੰ ਕਹਿੰਦੇ ਨੇ। ਆਪਾਂ ਤਾਂ ਉਹਦੇ ਕਹੀਏ ਬੰਦਾ ਬੜਾ ਗੁਰੂ ਹੈ। ਲਓ, ਸ਼ੈਤਾਨ ਨੂੰ ਵੀ ਗੁਰੂ ਕਹੀ ਜਾਂਦੇ ਆ। ਆਹ ਤਾਂ ਹਾਲਤ ਹੈ ਸਾਡੀ। ਫਿਰ ਗੁਰੂ ਤੇ ਗੁੱਗੇ ਦੀ ਦੋਵਾਂ ਦੀ ਪੂਜਾ ਕਰੀ ਜਾਂਦੇ ਆ। ਗੁਰੂ ਕੋਲ ਜਾਵਾਂਗੇ ਕਹਿੰਦੇ ਦਰਸ਼ਨ ਦੇ ਦਿਓ, ਫਿਰ ਗੁੱਗੇ ਕੋਲ ਵੀ ਜਾਣਾ ਹੈ ਸੇਮੀਆਂ ਸੂਮੀਆਂ ਲੈ ਕੇ। ਮੇਰੇ ਖਿਆਲ ਇਹਨਾਂ ਕਿ ਦਿਨਾਂ 'ਚ ਜਾਂਦੇ ਜਾਂ ਜਾਏ ਹਨ ਜਾਂ ਜਾਣ ਵਾਲੇ ਨੇ ਲੋਕ, ਉੱਥੇ ਜਾ ਕੇ ਕਹਿਣਗੇ ਦਰਸ਼ਨ ਨਾ ਦਿਆ ਜੇ। ਗੁਰੂ ਕਿਹਨੂੰ ਕਹਿੰਦੇ ਨੇ? ਗੁਰੂ ਗੁਰੂ ਨਾਨਕ ਨੂੰ ਕਹਿੰਦੇ ਨੇ। ਮੈਂ ਬੜੀ ਅਧੀਨਗੀ ਨਾਲ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ, ਕੀ ਤੁਸੀਂ ਵਾਹਿਗੁਰੂ ਦੇ ਅਰਥ ਗੁਰੂ ਨਾਨਕ ਕਰ ਸਕੋਗੇ? ਨਾ। ਵਾਹਿਗੁਰੂ ਦੇ ਅਰਥ ਪਰਮਾਤਮਾ ਨੇ। ਵਾਹਿਗੁਰੂ ਦਾ ਅਰਥ ਗੁਰੂ ਨਾਨਕ ਨਹੀਂ ਹੈ। ਤੇ ਗੁਰੂ ਉਹ ਹੈ ਜਿਹਨੇ ਤੁਹਾਨੂੰ ਵਾਹਿਗੁਰੂ ਦਾ ਬਾਰੇ ਦੱਸਿਆ ਜਾਂ ਜਿਹਨੇ ਤੁਹਾਨੂੰ ਵਾਹਿਗੁਰੂ ਨਾਲ ਜੋੜਿਆ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲਾ ਪ੍ਰਭੂ ਹਰ ਦਰਗਹਿ ਕਾ ਬਸੀਠ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਜਿਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਏਤਾ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਇਹ ਉਹ ਗੁਰੂ ਹੈ ਜਿਹਦੇ ਤੋਂ, ਜਿਵੇਂ ਨਾ ਕਹਿੰਦੇ ਜਦੋਂ ਬੰਦਾ ਦੁੱਧ ਤੋਂ ਮੂੰਹ ਸਾੜ ਲਵੇ ਨਾ, ਉਹ ਫਿਰ ਲੱਸੀ ਨੂੰ ਵੀ ਫੂਕ ਮਾਰ ਕੇ ਪੀਂਦਾ ਹੈ। ਇਹ ਜਿਹੜੇ ਮੁਗਲਿਆ ਸਲਤਨਤ ਵਾਲੇ ਸੀ ਨਾ, ਇਹ ਤੁਹਾਡੇ ਗੁਰੂ ਤੋਂ ਇੰਨੇ ਘਬਰਾਏ ਵੀ ਇਹਨਾਂ ਨੇ ਕਿਹਾ ਵੀ ਗੁੜ ਨੂੰ ਗੁੜ ਨਹੀਂ ਕਹਿਣਾ, ਭੇਲੀ ਕਹਿਣਾ ਹੈ। ਇਹਨਾਂ ਨੂੰ ਗੁੜ ਕਿਹਾ ਵੀ ਗੁਰੂ ਚੇਤੇ ਆ ਜਾਏਗਾ ਸਿੱਖਾਂ ਨੂੰ। ਤੇ ਜਿੱਦਣ ਇਹਨਾਂ ਨੂੰ ਗੁਰੂ ਚੇਤੇ ਆ ਗਿਆ, ਫੇਰ ਨਹੀਂ ਜੀ ਇਹ ਤੁਹਾਡੇ ਤੋਂ ਸੂਤ ਆਉਂਦੇ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਆਪਾਂ ਤਾਂ ਗਵਾਲੇ ਸ਼ਬਦ ਹੀ ਨਵਾਂ ਆ ਗਿਆ, ਮਹਾਂਪੁਰਖ। ਉਹ ਗੁਰੂ ਕਿੱਥੇ ਹੈ? ਮਹਾਂਪੁਰਖ ਤੇ ਹੈਗੇ ਨੇ, ਗੁਰੂ ਕਿੱਥੇ ਹੈ? ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਕਿ ਜਿਹੜੀ ਫੋਟੋ ਰੱਖ ਕੇ ਬਾਬਾ ਨੰਦ ਸਿੰਘ ਹੋਰਾਂ ਨੇ ਭਗਤੀ ਕੀਤੀ ਹੈ,
करो, सारे करो। जिस महापुरख ने धन श्री गुरु ग्रंथ साहब महाराज नूं अपने सिर ते सैर कराई होवे, अपना हाजिर नाजिर गुरु समझ के, अज वो गुरु ग्रंथ साहब कित्थे है? जिहड़े संत अतर सिंह होरी घरों इशनान करके तुरन ते सतलुज दा दरिया ना पार करन, आखण जीप रोको, इशनान करना है। इस जल विच मेरा कलगीधर पातशाह अपने हम उम्र बच्चों के नाल क्रीड़ा खेड़ा कराया करता सी। ये वो जल है किसी च इन्ना प्यार? अज पता नहीं किदां एक शब्द नूं इन्ना इन्ना प्रमोट कर लिया, महापुरख महापुरख महापुरख। नहीं भाई, तुहाडे च गुरु है, ते गुरु दे घर च कई महापुरख ने। गुर सागर है, बड़ा वड्डा समुंदर है। इस गुरु दे घर विच भाई मरदाना जी वर्गे, भाई लैणा जी वर्गे, बाबा बुढ़ा साहब वर्गे, भाई मनसुख वर्गे, भाई लालो वर्गे। क्यों महापुरख नहीं सी? कदे कहा ही नहीं आप उन्होंने महापुरख। क्या कदे किसे तुसी? कदे भाई मती दास सती दास, भाई दयाले दे नाल, भाई मंझ दे, भाई लंगा दे, भाई पुराने दे, कदे उन्हां दे नां दे नाल महापुरख लाया? वो है ही नहीं सी महापुरख। मैनूं तो इदां लगदा भी जिद्दां महाराजा रणजीत सिंह दे राज तो पहलां कोई इतिहास ही नहीं सी हुंदा, कोई महान सिख होया ही नहीं, कोई महापुरख होया ही नहीं कोई। तुसीं कदे अज किसी दी कथा सुन लिओ जे। मैंने घर इंग्लैंड गया, उत्थे जून 84 का जिहड़ा दरबार साहब ते हमला होया, वो ये दिन बहुत मनाउंदे ने बाहरले मुल्कां च, वो भुलदे नहीं। इवें मनाउंदे जिवें आपां गुरपुरब मनाउने आ ना, ऐ ताज़ा कर लैंदे ने भी साडे नाल वो भी दिन सी कि जदों इस तरह टैंकां तोपां दे नाल हमला होया सी साडे दरबार साहब दे उत्ते, अकाल तख्त साहब दे उत्ते, गुरु ग्रंथ साहब नूं गोलियां मारियां गईयां। गुरपुरब मनाउण आए सिखां नूं, बच्चिआं नूं, बजुर्गां नूं शहीद कीता गया। ये गल डरबी गुरुद्वारे की गल है। गुरुद्वारे का नाम है गुरु अर्जन साहब गुरुद्वारा। जरनैल सिंह सी जनरल सैकटरी कह लो, स्टेट सकत्तर कह लो। मेरी कथा सी, वो कहता जी भी शहीदियां जिहड़ियां ने गुरु अर्जन साहब तो शुरू हुई ने, तो असीं भाई साहब नूं कहांगे भी इन्हां दा पता नहीं थोड़ा जिन्ना क टाइम सी। मैं हुण उत्थों सुनाउण लग गया, पहला गुरु अर्जन साहब बारे, फिर गुरु तेग बहादुर महाराज बारे, उन्हां शहीदां सिंघां बारे करदे करदे मेरा समा मुक गया। वो मैनू पै गया, कहते अज दे शहीदां बारे जान के नहीं बोलिया। मैं आख्या भी तुसीं मैनू कह दिंदे अज बारे बोलना, अज बारे बोलदा, बहुत पिछों शुरू ही ना हुंदा। साडी तां एक शहीदियां दी एक दास्तां है, अज भी है। ये थोड़ा भी अज नहीं है, अज भी है। पर खालसा जी जिन्नी तुसी शहादत दिती है, समय नाल तुसी ओना, क्योंकि जदों डुलदा खून शहीदां दा, तकदीर बदलदी कौमां दी, वो जिहड़ा सानू प्राप्ति होनी चाहिए है ना, उपलब्धि होनी चाहिए है। इन्नियां शहादतां, कुर्बानियां किते ना किते जाके असी उथे पिछे रह जाते। रहो विचार, गुरु एक सागर है, बड़ा वड्डा समुंदर है।
ਇਸ ਸਮੁੰਦਰ ਦੇ ਵਿੱਚ ਕਿੰਨੇ ਸੰਤ, ਕਿੰਨੇ ਸਾਧੂ, ਕਿੰਨੇ ਭਗਤ, ਕਿੰਨੇ ਸਿੱਖ, ਕਿੰਨੇ ਸੇਵਾ ਕਰਨ ਵਾਲੇ, ਪਤਾ ਹੀ ਨਹੀਂ। ਇਹ ਸਾਗਰ ਤਾਂ ਪਰਮੇਸ਼ਰ ਦੀ ਸਿਫਤ ਸਲਾਹ ਦੀ ਭਗਤੀ ਨਾਲ, ਰਤਨਾ ਨਾਲ ਭਰਪੂਰ ਹੈ। ਪਰ ਇਹ ਅੰਮ੍ਰਿਤ ਕੋਈ ਸੰਤ ਚੁਗੇਗਾ ਨਹੀਂ ਦੂਰੇ, ਉਹ ਆਪਣੇ ਗੁਰੂ ਤੋਂ ਦੂਰ ਨਹੀਂ ਜਾਂਦਾ। ਇਹ ਉਹਦੀ ਨਿਸ਼ਾਨੀ ਹੈ, ਇਹ ਉਹਦੀ ਨਿਸ਼ਾਨੀ ਹੈ। ਸਿੱਖਾ, ਤੈਨੂੰ ਗੁਰੂ ਕੋਲੋਂ ਹੀ ਦੂਰ ਕੀਤਾ ਜਾ ਰਿਹਾ ਹੈ। ਅੱਜ ਹੋਰ ਤੇ ਕੁਝ ਨਹੀਂ ਅਗਲੇ ਕਰਦੇ, ਤੁਹਾਡੇ ਤੋਂ ਸਿਰਫ ਇੰਨੀ ਗੱਲ ਹੀ ਚਾਹੁੰਦੇ ਨੇ ਕਿ ਤੁਸੀਂ ਆਪਣੇ ਗੁਰੂ ਤੋਂ ਦੂਰ ਹੋ ਜਾਓ। ਹਾਂਜੀ। ਹਰ ਰਸ ਚੋਗ ਚੁਗਹਿ ਪ੍ਰਭ ਭਾਵੈ, ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਕੀ ਤੁਸੀਂ ਵੇਖਿਆ ਜਿਹੜਾ ਸਰੋਵਰ ਦੇ ਵਿੱਚ ਹੰਸ ਹੈ, ਉੱਥੇ ਰਹਿ ਕੇ ਉਹ ਆਪਣੇ ਪ੍ਰਾਣਾਂ ਦੇ ਪਤੀ ਪਰਮਾਤਮਾ ਨੂੰ ਪਾ ਲੈਂਦਾ ਹੈ। ਕੀ ਕਰਦਾ ਹੈ? ਹਰ ਰਸ ਚੋਗ ਚੁਗੈ, ਹਰੀ ਦੇ ਰਸ ਦਾ ਚੋਗ ਚੁਗਦਾ ਹੈ। ਪ੍ਰਭ ਭਾਵ ਹੈ, ਪਰਮਾਤਮਾ ਨੂੰ ਬੜਾ ਹੀ ਚੰਗਾ ਲੱਗਦਾ ਹੈ, ਉਹਨੂੰ ਪਾਉਂਦਾ ਹੈ, ਉਹਦੀ ਮਰਜ਼ੀ ਵਿੱਚ ਹੈ, ਉਹਦੀ ਰਜ਼ਾ ਪਾਣੇ ਵਿੱਚ ਹੈ। ਹਾਂਜੀ। ਕਿਆ ਬਗ ਬੱਪੜਾ ਛਪੜੀ ਨਹਾਏ, ਕੀਚੜ ਡੂਬੈ ਮੈਲ ਨਾ ਜਾਏ। ਹੁਣ ਤੁਸੀਂ ਦੱਸੋ ਵੀ ਇੱਕ ਬਗਲਾ ਛੱਪੜ ਦੇ ਵਿੱਚ ਨਹਾ ਕੇ, ਚਿੱਕੜ ਵਿੱਚ ਨਹਾ ਕੇ ਕੀ ਕਰੇਗਾ? ਹੰਸ ਤੇ ਰਹਿੰਦਾ ਹੈ ਸਰੋਵਰ ਤੇ, ਹੀਰੇ ਮੋਤੀ ਚੁਗਦਾ ਹੈ। ਬਗਲਾ ਜਿਹੜਾ ਹੈ, ਕਿਆ ਬਗ ਬੱਪੜਾ ਛੱਪੜੀ ਨਹਾਏ, ਛੱਪੜ ਚ ਨਹਾ ਕੇ ਕਰੇਗਾ ਕੀ? ਕੀਚੜ ਡੂਬੈ ਮੈਲ ਨਾ ਜਾਏ। ਨਾ ਉਹਦੀ ਬਾਹਰ ਦੀ ਮੈਲ ਜਾਣੀ ਹੈ, ਨਾ ਉਹਨੇ ਕਦੇ ਸੁੱਚੇ ਹੋਣਾ ਹੈ, ਪਵਿੱਤਰ ਹੋਣਾ ਹੈ। ਹਾਂਜੀ। ਰਹਾਉ ਰਖ ਰਖ ਚਰਨ ਧਰੇ ਵਿਚਾਰੀ। ਜਿਹੜੇ ਹੰਸ ਬਿਰਤੀ ਵਾਲੇ ਸਿੱਖ ਨੇ ਬੜੇ ਸਹਿਜ ਵਿੱਚ ਚੱਲਦੇ ਨੇ, ਵਿਚਾਰ ਨਾਲ ਚੱਲਦੇ ਨੇ। ਹਾਂਜੀ। ਦੁਬਿਧਾ ਛੋੜ ਭਏ ਨਿਰੰਕਾਰੀ। ਉਹਨਾਂ ਨੇ ਦੁਬਿਧਾ ਛੱਡ ਦਿੱਤੀ ਹੈ। ਉਹਨਾਂ ਨੇ ਸਿੱਠਣੀਆਂ ਨਹੀਂ ਦਿੱਤੀਆਂ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ। ਪੁੱਛੋ ਤੁਸੀਂ ਇਕੱਤਰ ਹੋ ਗਏ ਹੋ? ਦੂਜੇ ਨੂੰ ਕਹਿਣ ਦਾ ਸਾਨੂੰ ਹੱਕ ਉਦੋਂ ਹੈ ਜਦੋਂ ਅਸੀਂ ਇਕੱਠੇ ਹੋ ਜਾਾਂਗੇ। ਤੁਸੀਂ ਯਕੀਨ ਕਰਨਾ, ਅੱਜ ਜਦੋਂ ਅਸੀਂ ਇੱਕ ਦੂਜੇ ਨੂੰ ਫਤਿਹ ਬੁਲਾਉਂਦੇ ਆ ਨਾ, ਫਿਰ ਪੁੱਛਦੇ ਐਵੇਂ ਨੇ, ਅੰਮ੍ਰਿਤ ਸਾਡੇ ਵਾਲਾ ਛਕਿਆ ਭਲਾ? ਪਰ ਪਤਾ ਕਰਿਓ ਇਹਦਾ ਗਾਤਰਾ ਮੇਰੇ ਜਿੰਨਾ ਚੌੜਾ ਹੀ ਹੈ। ਇਹਨੇ ਕਿਰਪਾਨ ਕਿੱਥੋਂ ਪੜਾਈ ਹੈ ਭਲਾ? ਉੱਥੋਂ ਵਾਲੀ ਕਿਰਪਾਨ ਪਾਈ ਇਹਨੇ ਭਲਾ? ਆਪਾਂ ਕੀ ਕਰਾਂਗੇ? ਆਪਾਂ ਹੁਣ ਤੇ ਬਾਣੀ ਦਾ ਪਾਠ ਕਰਦੇ, ਅਗਲੇ ਪੁੱਛਦੇ ਨੇ ਵੀ ਕਿਹੜੀ ਇਹ ਗੁਟਕਾ ਕਿੱਥੋਂ ਆਇਆ ਹੈ? ਇਹ ਕਿਹਨਾਂ ਵਾਲੇ ਗੁਟਕੇ ਤੋਂ ਪਾਠ ਕਰਦੇ ਹੋ ਤੁਸੀਂ? ਭਾਈ ਦੁਬਿਧਾ ਛੱਡੋ। ਮੈਂ ਮੰਨਦਾ ਇਹ ਪੰਥ ਹੈ, ਇਹਦੇ ਚ ਬੜੇ ਰਸਤੇ ਨੇ ਛੋਟੇ ਛੋਟੇ। ਇਹ ਵੀ ਮੰਨ ਲਿਆ ਕਿ ਸਾਡੇ ਚ ਦੁਬਿਧਾ ਹੋਏਗੀ, ਪਰ ਦੁਬਿਧਾ ਕਿੰਨੀਆਂ ਹੋਣਗੀਆਂ? ਪਰ ਇੰਨਾ ਪਤਾ ਕਰ ਲਓ ਵੀ ਦੁੱਧ ਜ਼ਿਆਦਾ ਹੈ ਕਿ ਪਾਣੀ ਜ਼ਿਆਦਾ ਹੈ? ਦੁੱਧ ਜ਼ਿਆਦਾ ਹੈ। ਤੁਹਾਡੀਆਂ ਸਾਂਝਾਂ ਜ਼ਿਆਦੀਆਂ ਨੇ, ਇਹ ਚੇਤਾ ਰੱਖਿਓ ਜੀ। ਦੁਬਿਧਾ ਇੱਕ ਅੱਧੀ ਹੋਏਗੀ, ਕੋਈ ਇੱਕ ਅੱਧਾ ਪਾਠ ਘੱਟ ਕਰਦਾ ਹੋਏਗਾ, ਇੱਕ ਅੱਧਾ ਕੋਈ ਤੁਹਾਡੇ ਵਾਂਗੂ ਬਹੁਤੇ ਵੱਡੇ ਅੰਮ੍ਰਿਤ ਵੇਲੇ ਨਹੀਂ ਉੱਠਦਾ ਹੋਏਗਾ। ਇੰਨੀ ਮਾੜੀ ਮਾੜੀ ਦੁਬਿਧਾ ਹੋਣੀ ਹੈ। ਨਹੀਂ ਤਾਂ ਅੰਮ੍ਰਿਤ ਸਾਰੇ ਖੰਡੇ ਬਾਟੇ ਤੋਂ ਹੀ ਛਕਦੇ ਆ, ਪੰਜਾਂ ਪਿਆਰਿਆਂ ਤੋਂ ਹੀ ਛਕਦੇ ਆ। ਉਹ ਤੁਹਾਡੇ ਵਾਲਿਆਂ ਤੋਂ ਨਹੀਂ ਛਕਿਆ ਹੋਏਗਾ, ਦੂਜਿਆਂ ਤੋਂ ਛਕਿਆ ਹੋਏਗਾ। ਛਕਿਆ ਤੇ ਇਹਨੇ ਕਿ ਅੰਮ੍ਰਿਤ ਗੁਰੂ ਕਲਗੀਧਰ ਪਾਤਸ਼ਾਹ, ਕਿਸੇ ਬੰਦੇ ਦਾ ਤੇ ਹੈ ਨਹੀਂ। ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੁਆ ਤੀਆ। ਕਿਉਂ ਨਹੀਂ ਆਪਾਂ ਮੰਨਦੇ? ਆਪਾਂ ਕਿਵੇਂ ਮੰਨਦੇ? ਮਤਲਬ ਮੈਂ ਹੀ ਇੱਕ ਕਵਾਂ ਕਿ ਜੀ ਮੈਂ ਕਥਾ ਠੀਕ ਕਰਦਾ, ਪੁੱਛੋ ਵੀ ਮੈਂ ਸਾਰੀ ਦੁਨੀਆ 'ਚ ਕਰ ਲਾਂਗੇ ਜਾ ਕੇ? ਜਿਹੜੇ ਪਿੰਡਾਂ ਦੇ ਲੋਕ ਨੇ ਕਿ ਉਹਨਾਂ ਨੂੰ ਮੈਂ ਕਥਾ ਸੁਣਾ ਲਾਂਗਾ? ਬਾਹਰਲੇ ਮੁਲਕਾਂ ਦੇ ਲੋਕ ਨੇ ਕਿ ਉੱਥੇ ਮੈਂ ਜਾ ਕੇ ਕਥਾ ਕਰ ਲਾਂਗਾ? ਆਪਾਂ ਕਿਉਂ ਸਾਰਾ ਕੁਝ ਲੱਕ ਨਾਲ ਬੰਨਣਾ ਚਾਹੁੰਦੇ ਹਾਂ ਜੀ? ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਸੇਵਾਵਾਂ ਦਿੱਤੀਆਂ ਨੇ ਭਾਈ। ਹੁਣ ਜਦੋਂ ਬਾਹਰਲੇ ਮੁਲਕਾਂ 'ਚ ਸੁਣੀਦਾ ਵੀ ਉੱਥੇ ਅੰਮ੍ਰਿਤ ਸੰਚਾਰ ਹੋਇਆ, ਕਿ ਹਰ ਥਾਂ ਤੇ ਇੱਕ ਥਾਂ ਤੋਂ ਪੰਜ ਪਿਆਰੇ ਜਾ ਸਕਦੇ ਨੇ? ਸਿੱਖ ਰਹਿਤ ਮਰਿਆਦਾ ਪੜੋ, ਕਿੱਡੀ ਵਧੀਆ ਵਿਧੀ ਵਿਧਾਨ ਹੈ। ਮੈਂ ਤੇ ਚਾਹੁੰਦਾ ਵੈਸੇ
ਉੱਥੇ ਲਿਖਿਆ ਵੀ ਸੰਗਤ ਵਿੱਚੋਂ ਚੋਣ ਕਰਨੀ ਚਾਹੀਦੀ ਹੈ। ਜੇ ਸੰਗਤ ਚੋਂ ਚੋਣ ਕਰੋਗੇ ਤੇ ਇੱਕ ਫਾਇਦਾ ਤੁਹਾਨੂੰ ਹੋ ਜਾਏਗਾ, ਘੱਟੋ ਘੱਟ 5 ਸਿੰਘ ਤੇ ਤੁਹਾਡੇ ਸ਼ਹਿਰ ਚ ਆ ਜਾਣਗੇ, ਕਿਉਂਕਿ ਜਿਨ੍ਹਾਂ ਨੇ ਤੁਹਾਡੇ ਨਗਰ ਚੋਂ 5 ਪਿਆਰਿਆਂ ਦੀ ਸੇਵਾ ਕਰਨੀ ਹੈ, ਉਹ ਜੇ ਕਿਤੇ ਰੇਹੜੀ ਤੇ ਮੂੰਗਫਲੀ ਖਾਂਦੇ ਵੀ ਮਿਲ ਗਏ ਤੇ ਮੇਰੇ ਵਰਗੇ ਛੱਡਣੇ ਥੋੜਾ ਨੇ। ਅੱਛਾ ਮੂੰਗਫਲੀ ਖਾ ਰਹੇ ਹੋ ਬਾਬਿਓ, ਉਦੋਂ ਤੇ ਬੜਾ ਕੇਸਰੀ ਜਿਹਾ ਬਾਣਾ ਪਾ ਕੇ ਅੱਗੇ ਅੱਗੇ ਤੁਰਦੇ ਹੋ, ਮੁੜ ਕੇ ਨਾ ਵਿਚਾਰੇ ਨੇ ਖਾਧੀ, ਉਹਨੇ ਸਿੱਧਾ ਹੋ ਕੇ ਤੁਰੇਗਾ 1 ਸਾਲ, ਜੇ ਅਗਲੇ ਸਾਲ ਫਿਰ 5 ਪਿਆਰਿਆਂ 'ਚ ਲੱਗਣਾ ਹੋਇਆ ਤਾਂ। ਸੋਚ ਕਰੋ ਇਹ ਕੰਮ, ਸਥਾਨਕ 5 ਪਿਆਰੇ ਚੁਣੋ ਜਿਨ੍ਹਾਂ ਨੂੰ ਤੁਸੀਂ ਰੋਜ਼ ਵੇਖੋ ਵੀ ਉਹਨਾਂ ਦੀ ਕਿਸ ਕਰਨੀ ਦੇ ਮਾਲਕ ਨੇ। ਕੋਈ ਤਾਂ 5 ਜੀਵਨ ਵਾਲੇ ਸਿੰਘ ਸਾਡੇ 'ਚ ਹਮੇਸ਼ਾ ਰਹਿਣ, ਉਹਨਾਂ ਨੂੰ ਵੇਖ ਕੇ ਕਈਆਂ ਨੂੰ ਹੋਰਾਂ ਨੂੰ ਵੀ ਚਾਅ ਚੜੇਗਾ ਕਿ ਭਾਈ ਜੇ ਆਹ ਰਹਿਤ ਹੈ ਤੇ ਅਸੀਂ ਰੱਖਾਂਗੇ, ਅਗਲੀ ਵਾਰੀ ਅਸੀਂ ਵੀ ਸੇਵਾ ਕਰਾਂਗੇ। ਇਸ ਸਾਲ 5 ਹੋਣਗੇ, ਅਗਲੇ ਸਾਲ ਤੁਹਾਡੇ ਸ਼ਹਿਰ 'ਚ 15 ਹੋਣਗੇ। ਤਾਂ ਮਹਾਰਾਜ ਕਹਿੰਦੇ ਨੇ ਉਹ ਦੁਬਦਾ ਛੱਡ ਕੇ ਹੁਣ ਉਹ ਦੇਵੀ ਦੇਵਤਿਆਂ ਦੇ ਕੀਰਤਨ ਪੂਜਾ ਦੇ ਪੁਜਾਰੀ ਨਹੀਂ, ਉਹ ਨਿਰੰਕਾਰੀ ਹੋ ਚੁੱਕੇ ਨੇ। ਹਾਂਜੀ। ਮੁਕਤ ਪਦਾਰਥ ਹਰ ਰਸ ਚਾਖੇ, ਆਵਨ ਜਾਨ ਰਹੇ ਗੁਰ ਰਾਖੇ। ਉਹਨਾਂ ਨੇ ਮੁਕਤ ਪਦਾਰਥ ਜਿਹੜਾ ਹੈ ਉਹ ਪ੍ਰਾਪਤ ਕਰ ਲਿਆ, ਪਰਮਾਤਮਾ ਦੇ ਨਾਮ ਰਸ ਦਾ ਸਵਾਦ ਚੱਖਿਆ, ਆਉਣਾ ਜਾਣਾ ਉਹਨਾਂ ਨੇ ਆਪਣਾ ਮੁਕਾ ਲਿਆ। ਹਾਂਜੀ। ਸਰਵਰ ਹੰਸਾ ਛੋੜ ਨਾ ਜਾਏ, ਜਿਹੜੇ ਹੰਸ ਹੁੰਦੇ ਨੇ ਕਦੇ ਸਰੋਵਰ ਛੱਡ ਕੇ ਨਹੀਂ ਜਾਂਦੇ। ਪ੍ਰੇਮ ਭਗਤ ਕਰ ਸਹਿਜ ਸਮਾਏ, ਉਹ ਪ੍ਰੇਮਾ ਭਗਤੀ ਦੇ ਵਿੱਚ, ਸਹਿਜ ਦੇ ਵਿੱਚ ਟਿਕੇ ਰਹਿੰਦੇ ਨੇ, ਸਮਾਏ ਰਹਿੰਦੇ ਨੇ। ਸਰਵਰ ਮਹਿ ਹੰਸ, ਹੰਸ ਮਹਿ ਸਾਗਰ। ਸਰੋਵਰ ਦੇ ਵਿੱਚ ਹੰਸ ਹੁੰਦੇ ਨੇ, ਫਿਰ ਇੱਕ ਦਿਨ ਐਸਾ ਆਉਂਦਾ ਕਿ ਉਹਨਾਂ ਦੇ ਹੰਸਾਂ ਦੇ ਅੰਦਰ ਸਰੋਵਰ ਪ੍ਰਗਟ ਹੋ ਜਾਂਦਾ ਹੈ। ਅਕਥ ਕਥਾ ਗੁਰ ਬਚਨੀ ਆਦਰ। ਇਹ ਅਕਥ ਕਥਾ ਹੈ, ਉਹਨਾਂ ਦੇ ਮਨਾਂ ਵਿੱਚ ਗੁਰੂ ਦੇ ਬਚਨਾਂ ਦਾ ਸਨਮਾਨ ਸਤਿਕਾਰ ਹੁੰਦਾ ਹੈ। ਸੁਨ ਮੰਡਲ ਇੱਕ ਜੋਗੀ ਬੈਸੇ, ਨਾਰ ਨ ਪੁਰਖ ਕਹੋ ਕੋ ਕੈਸੇ। ਜਿਹੜੇ ਇਸ ਅਵਸਥਾ ਦੇ ਵਿੱਚ ਇਕਾਗਰ ਚਿੱਤ ਹੋ ਕੇ ਬਹਿੰਦੇ ਨੇ, ਫਿਰ ਉਹਨਾਂ ਦੇ ਅੰਦਰ ਇਹ ਫੁਰਨੇ ਨਹੀਂ ਆਉਂਦੇ ਕਿ ਮੈਂ ਇਸਤਰੀ ਹਾਂ, ਇਹ ਪੁਰਖ ਹੈ। ਕਹਿੰਦੇ ਕਾਮ ਆਦਿਕ ਦਾ ਤੇ ਪੈਦਾ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਅਜੇ ਤੱਕ ਤੇ ਆਪਾਂ ਇੱਥੇ ਹੀ ਖਲੋਤੇ ਹਨ ਵੀ ਇਹ ਇਸਤਰੀ ਹੈ ਜੀ, ਇਹ ਪੁਰਖ ਹੈ ਜੀ। ਨਹੀਂ ਭਾਈ, ਇਸ ਜੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਇੱਕ ਅਵਸਥਾ ਆਉਂਦੀ ਹੈ ਜਦੋਂ ਉਸ ਸੁਨ ਮੰਡਲ ਦੀ ਅਵਸਥਾ ਦੇ ਵਿੱਚ ਜਾ ਕੇ ਸਿੱਖ ਅਫੁਰ ਅਵਸਥਾ ਦੇ ਵਿੱਚ ਬੈਠਦਾ ਹੈ। ਹਾਂਜੀ। ਤ੍ਰਿਭਵਨ ਜੋਤ ਰਹੇ ਲਿਵਲਾਈ, ਉਸ ਪਰਮਾਤਮਾ ਦੇ ਨਾਲ ਉਹਨਾਂ ਦੀ ਸੁਰਤ ਜੁੜੀ ਰਹਿੰਦੀ ਹੈ। ਸੁਰ ਨਰ ਨਾਥ ਸੱਚੇ ਸਰਨਾਈ। ਉਸ ਸੱਚੇ ਪਰਮਾਤਮਾ ਦੀ ਸ਼ਰਨ ਵਿੱਚ ਰਹਿੰਦੇ ਨੇ, ਉਹ ਸੁਰਾਂ ਵਾਂਗ, ਨਾਥਾਂ ਵਾਂਗ। ਉਹਨਾਂ ਮਨੁੱਖਾਂ ਦੀ ਜੀਵਨ ਅਵਸਥਾ ਹੁੰਦੀ ਹੈ। ਆਨੰਦ ਮੂਲ ਅਨਾਥ ਆਧਾਰੀ। ਆਨੰਦ ਦਾ ਜਿਹੜਾ ਮੂਲ ਹੈ ਪਰਮਾਤਮਾ, ਜਿਹੜਾ ਅਨਾਥਾਂ ਦਾ ਆਧਾਰ ਹੈ। ਹਾਂਜੀ। ਗੁਰਮੁਖ ਭਗਤ ਸਹਿਜ ਵਿਚਾਰੀ। ਗੁਰਮੁਖ, ਗੁਰੂ ਵਾਲੇ ਪਾਸੇ ਮੁਖ ਕਰਕੇ ਸਿੱਖ ਜਿਹੜਾ ਹੈ ਉਸ ਪ੍ਰਭੂ ਪਰਮਾਤਮਾ ਦੀ ਭਗਤੀ ਕਰਦਾ ਹੈ, ਸਹਿਜ ਵਿੱਚ ਆ ਕੇ ਟਿਕਦਾ ਹੈ। ਭਗਤ ਵਛਲ ਭੈ ਕਾਟਨ ਹਾਰੇ। ਉਹ ਪਰਮਾਤਮਾ ਦਾ ਸੁਭਾਅ ਹੈ ਕਿ ਉਹ ਭਗਤ ਵਸ਼ਲ ਹੈ, ਉਹ ਸਾਡੇ ਸਾਰੇ ਡਰ ਕੱਟ ਦਿੰਦਾ ਹੈ। ਹਉਮੈ ਮਾਰ ਮਿਲੇ ਪਗ ਧਾਰੇ। ਜਿਨ੍ਹਾਂ ਨੇ ਆਪਣੀ ਹਉਮੈ ਨੂੰ ਮਾਰਿਆ ਉਹ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਜੁੜੇ ਰਹਿੰਦੇ ਨੇ। ਅਨਿਕ ਜਤਨ ਕਰ ਕਾਲ ਸੰਤਾਏ। ਹੁਣ ਕਈ ਲੋਕ ਉਹ ਨੇ ਜਿਨ੍ਹਾਂ ਨੇ ਇਸ ਰਸਤੇ ਨੂੰ ਨਹੀਂ ਧਾਰਨ ਕੀਤਾ, ਫਿਰ ਉਹਨਾਂ ਨੂੰ ਅੰਤ ਜਿਹੜਾ ਕਾਲ ਹੈ, ਆਤਮਿਕ ਮੌਤ ਜਿਹੜੀ ਹੈ ਉਹ ਸਤਾਉਂਦੀ ਹੈ, ਦੁੱਖ ਦਿੰਦੀ ਹੈ। ਜਿਹੜੇ ਪਰਮਾਤਮਾ ਦੇ ਮਾਰਗ ਤੇ ਤੁਰੇ ਉਹਨਾਂ ਨੂੰ ਕਿੱਥੇ ਮੌਤ ਨੇ ਦੁੱਖ ਦਿੱਤਾ ਹੈ? ਉਹ ਚਰਖੜੀਆਂ ਤੇ ਆਪ ਚੜੇ ਨੇ। ਕਦੇ ਸੁਣਿਆ ਵੀ ਚਰਖੜੀਆਂ ਤੇ ਚੜਾਏ ਗਏ? ਨਾ, ਆਰਿਆਂ ਨਾਲ ਚੀਰੇ ਗਏ। ਹੁਣ ਕਦੇ ਨਹੀਂ ਕਿਹਾ ਵੀ ਨਾ ਚੀਰੋ, ਹੁਣ ਤੇ ਕਿਹਾ ਵੀ ਸਗੋਂ ਮੇਰਾ ਮੂੰਹ ਗੁਰੂ ਵਾਲ ਕਰ ਦਿਓ ਤੁਸੀਂ। ਹਾਂਜੀ। ਮਰਨ ਲਿਖਾਏ ਮੰਡਲ ਮਹਿ ਆਏ। ਇਸ ਮੌਤ ਨੂੰ ਲਿਖਾ ਕੇ ਹੀ ਮਨੁੱਖ ਇਸ ਸੰਸਾਰ ਦੇ ਵਿੱਚ ਆਉਂਦਾ ਹੈ। ਹਾਂਜੀ। ਜਨਮ ਪਦਾਰਥ ਦੁਬਿਧਾ ਖੋਵੈ। ਜਨਮ ਪਦਾਰਥ ਦੁਬਿਧਾ ਖੋਵੇ। ਜਿਨ੍ਹਾਂ ਨੇ ਪਰਮਾਤਮਾ ਦੀ ਭਗਤੀ ਗੁਰੂ ਸਾਗਰ ਦੇ ਵਿੱਚ ਚੁੱਭੀ ਲਾਈ ਹੈ, ਉਹਨਾਂ ਨੇ ਆਪਣੀ ਦੁਬਿਧਾ ਗਵਾ ਲਈ ਹੈ।
ਉਹਨਾਂ ਨੇ ਜੀਵਨ ਦਾ ਪਰਮ ਪਦ ਹਾਸਲ ਕੀਤਾ ਹੈ। ਹਾਂਜੀ, ਆਪ ਨ ਚੀਨਸ ਭ੍ਰਮ ਭ੍ਰਮ ਪਰ ਰੋਵੈ। ਜਿਹਨੇ ਆਪਾ ਨਹੀਂ ਜਾਣਨਾ ਉਹੀ ਭਟਕਦਾ ਹੈ, ਉਹੀ ਵਰਲਾਪ ਕਰਦਾ ਹੈ, ਉਹੀ ਦਰ ਦਰ ਤੇ ਰੋਂਦਾ ਹੈ। ਹਾਂਜੀ, ਕਹਿਤੋ ਪੜਤੋ ਸੁਣਤੋ ਏਕ। ਜਿਨ੍ਹਾਂ ਨੇ ਉਸ ਇੱਕ ਪ੍ਰਮਾਤਮਾ ਨੂੰ ਹੀ ਪੜ੍ਹਿਆ ਸੁਣਿਆ ਹੈ। ਹਾਂਜੀ, ਧੀਰਜ ਧਰਮ ਧਰਨੀ ਤਰ ਟੇਕ। ਉਹਨਾਂ ਦੇ ਅੰਦਰ ਧੀਰਜ ਹੈ, ਧਰਮ ਹੈ। ਪ੍ਰਮਾਤਮਾ ਜਿਹੜਾ ਹੈ ਉਹ ਆਸਰਾ ਹੈ, ਉਹਨਾਂ ਦਾ ਸਹਾਰਾ ਹੈ। ਹਾਂਜੀ, ਜਤ ਸਤ ਸੰਜਮ ਹਿਰਦੈ ਸਮਾਏ। ਉਹਨਾਂ ਦੇ ਅੰਦਰ ਜਤ ਵੀ ਹੈ, ਸਤ ਵੀ ਹੈ, ਸੰਜਮ ਵੀ ਹੈ। ਉਹ ਇਹਨਾਂ ਆਤਮਿਕ ਗੁਣਾਂ ਦੇ ਖਜ਼ਾਨੇ ਨਾਲ ਭਰੇ ਰਹਿੰਦੇ ਨੇ। ਅੱਜ ਤੇ ਅਸੀਂ ਜਦੋਂ ਵੀ ਕਰਦੇ ਆ ਬਸ ਇੱਕ ਦੂਜੇ ਦੀ, ਉਹ ਮੈਨੂੰ ਬੜੀ ਪੁਰਾਣੀ ਗੱਲ ਮੈਂ ਸੁਣੀ ਸੀ, ਮੈਂ ਖੁਦ ਉੱਥੇ ਬੈਠਾ ਸੀ ਅਮਰੀਕਾ, ਲਾਸ ਐਂਜਲਸ। ਕਿਸੇ ਵਪਾਰੀ ਸਿੱਖ ਨੇ ਸਾਡਾ ਪ੍ਰਸ਼ਾਦਾ ਕੀਤਾ ਔਰ ਕਹਿਣ ਲੱਗਾ ਵੀ ਸਿੰਘ ਸਾਹਿਬ, ਜਹਦਰ ਸਾਹਿਬ ਹੋ ਰਹੀ ਸੀ, ਮੈਂ ਨਾਲ ਸੀ ਉਹਨਾਂ ਦੇ, ਕਹਿੰਦਾ ਲੋਕ ਨਾ ਮੇਰੀ ਕਮਾਈ ਦਾ ਧਿਆਨ ਧਰਦੇ ਨੇ। ਉਹਨੇ ਸ਼ਬਦ ਕਿਹਾ, ਮੇਰਾ ਅਰਦਾਸ ਵੱਲ ਧਿਆਨ ਚਲਾ ਗਿਆ। ਮੈਂ ਕਿਹਾ ਤਾਂ ਅਸੀਂ ਰੋਜ਼ ਕਹਿੰਦੇ ਆ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉਹ ਕਹਿੰਦਾ ਲੋਕ ਮੇਰੀ ਕਮਾਈ ਦਾ ਧਿਆਨ ਧਰਦੇ ਨੇ। ਮੈਂ ਉਹਦੇ ਮੂੰਹ ਵੱਲ ਵੇਖੀ ਜਾਵਾਂ, ਮੋਨਾ ਆਦਮੀ, ਵਪਾਰੀ ਵੱਡਾ ਸੀ ਉਹ। ਕਹਿੰਦਾ ਲੋਕ ਇਹ ਕਹੀ ਜਾਂਦੇ ਨੇ ਵੀ ਇਹਦੇ ਵੇਅਰ ਹਾਊਸ ਇੰਨੇ ਨੇ, ਇਹਦੇ ਗਰਾਜ ਇੰਨੇ ਨੇ, ਇਹਦੇ ਘਰ ਇੰਨੇ ਨੇ, ਇਹਦੇ ਆਊਟਲੈਟ ਇੰਨੇ ਨੇ। ਕਹਿੰਦਾ ਸਾਰੇ ਮੇਰੀ ਇਸ ਕਮਾਈ ਦਾ ਧਿਆਨ ਧਰਦੇ ਨੇ, ਪਰ ਮੇਰੀ ਇਸ ਕਮਾਈ ਦਾ ਧਿਆਨ ਕਿਸੇ ਨਹੀਂ ਧਰਿਆ ਵੀ ਮੈਂ ਬਚਪਨ ਵਿੱਚ ਸਕੂਲ ਤੁਰ ਕੇ ਨਹੀਂ ਗਿਆ। ਸਾਈਕਲ ਮੇਰੇ ਕੋਲ ਹੈ ਨਹੀਂ ਸੀ, ਪਰ ਤੁਰ ਕੇ ਕਦੇ ਮੈਂ ਗਿਆ ਨਹੀਂ। ਕਹਿੰਦਾ ਮੈਨੂੰ ਬਚਪਨ 'ਚ ਇਹ ਸੀਗਾ ਵੀ ਮੈਨੂੰ ਭੱਜ ਕੇ ਸਕੂਲ ਜਾਣਾ ਚਾਹੀਦਾ ਹੈ, ਜਿਹੜੇ 15 ਮਿੰਟ ਵੱਜ ਜਾਣਗੇ, 20 ਮਿੰਟ ਦੂਜੇ ਪਿੰਡ ਜਾਈਦਾ ਸੀ, ਉਹ ਮੈਂ ਬਹਿ ਕੇ ਪੜ੍ਹ ਲਾਂਗਾ। ਕਹਿੰਦਾ ਕਮਾਈ ਤੇ ਮੇਰੀ ਇਹ ਹੈ। ਕਹਿੰਦਾ ਭਲੇ ਸਮੇਂ ਮੈਂ ਲੁਧਿਆਣੇ ਯੂਨੀਵਰਸਿਟੀ, ਖੇਤੀਬਾੜੀ ਯੂਨੀਵਰਸਿਟੀ ਤੋਂ ਟੌਪ ਕੀਤਾ, ਕਮਾਈ ਤੇ ਮੇਰੀ ਇਹ ਹੈ। ਕਹਿੰਦਾ ਮੈਂ ਘਰ ਆ ਕੇ ਖੇਤੀ ਸ਼ੁਰੂ ਕੀਤੀ ਤੇ ਚਾਚੇ ਤਾਏ ਕਹਿੰਦਾ ਐਡੀ ਐਡੀ ਮੋਟੀ ਗਾਲ ਕੱਢਣ ਮੈਨੂੰ ਵੀ ਜੇ ਸਿਰ 'ਚ ਮਿੱਟੀ ਪਾਉਣੀ ਸੀ ਤੇ ਪੜ੍ਹਿਆ ਕਿਉਂ। ਕਹਿੰਦਾ ਉਦੋਂ ਸਿੱਧਾ ਤਹਿਸੀਲਦਾਰ ਲੱਗਦਾ ਸੀ, BSc ਕਰਕੇ ਸਿੱਧਾ DSP ਭਰਤੀ ਹੁੰਦਾ ਸੀ। ਕਹਿੰਦਾ ਬੁੱਢੇ ਗੱਡੀਆਂ ਤਾਂ ਚੁੱਕ ਚੁੱਕ ਕੇ ਪੱਬਾਂ ਭਾਰ ਤੁਰਨ ਵੀ ਸਾਡਾ ਮੁੰਡਾ ਤੇ ਅਫਸਰ ਲੱਗ ਜਾਣਾ ਹੈ। ਕਹਿੰਦਾ ਮੈਂ ਕਿਹਾ ਮੈਂ ਨਹੀਂ ਕਰਨੀ, ਨੌਕਰੀ ਨਹੀਂ ਕਰਨੀ, ਖੇਤੀਬਾੜੀ ਕਰਨੀ ਹੈ। ਕਹਿੰਦਾ ਕਮਾਈ ਤੇ ਮੇਰੀ ਇਹ ਹੈ। ਕਹਿੰਦਾ ਜਿੰਨਾ ਚਿਰ ਮੈਂ ਪੰਜਾਬ 'ਚ ਰਿਹਾ ਮੈਂ ਟੌਪ ਕੀਤਾ, ਮੇਰੀ ਫਸਲ ਨੂੰ ਇਨਾਮ ਮਿਲਦਾ ਸੀ। ਕਹਿੰਦਾ ਮੇਰੀ ਇਸ ਕਮਾਈ ਦਾ ਕੋਈ ਧਿਆਨ ਹੀ ਨਹੀਂ ਧਰਦਾ, ਮੇਰੀ ਉਸ ਕਮਾਈ ਦਾ ਧਿਆਨ ਧਰੀ ਜਾਂਦੇ ਵੀ ਇਹਦੇ ਕੋਲ ਮਾਲ ਬੜਾ ਹੈ। ਇਹ ਮੈਂ ਤਾਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੈ। ਅੱਜ ਆਪਾਂ ਹਰ ਇੱਕ ਨੂੰ ਵੇਖ ਪਤਾ ਕੀ ਨੇ, ਬਾਬੇ ਕੋਲ ਮਾਇਆ ਬੜੀ ਹੈ। ਪੁੱਛੋ ਸਵੇਰੇ ਉੱਠਦਾ ਵੀ ਹੈ, ਇਹ ਵੀ ਪਤਾ ਕਰ ਲਓ, ਨਿਤਨੇਮ ਵੀ ਕਰਦਾ ਹੈ। ਕਮਾਈ ਇਹ ਹੈ ਤੁਹਾਡੀ। ਆਹ ਜਿਹੜੀ ਕਮਾਈ ਹੁਣ ਆਪਾਂ ਸੁਣੀ ਹੈ ਨਾ, ਜਤ ਹੈ, ਸਤ ਹੈ, ਸੰਜਮ ਹੈ, ਕਿ ਨਿਰਾ ਕਲੇਸ਼ ਹੀ ਕਲੇਸ਼ ਹੈ। ਹਾਲਾਤ ਅੱਜ ਬਣੇ ਹੋਏ ਨੇ। ਤੁਮ ਕਹੀਅਤ ਹੋ ਜਗਤ ਗੁਰ ਸੁਆਮੀ, ਹਮ ਕਹੀਅਤ ਹੈ ਕਲਯੁਗ ਕੇ ਕਾਮੀ। ਉਹ ਤੁਹਾਡੇ ਨਾਲੋਂ ਵੀ ਜ਼ਿਆਦਾ ਕਾਮੀ ਲਾਲਚੀ ਨੇ। ਇੱਥੇ ਕਾਮੀ ਦਾ ਅਰਥ ਬੈਡ ਸੈਂਸ ਨਾ ਕੱਢਣਾ। ਅੱਜ ਗ੍ਰਿਸ਼ਤੀ ਆਦਮੀ ਕਹਿੰਦੇ ਮਹਾਰਾਜ 4 ਟਾਇਰਾਂ ਵਾਲੀ ਕਾਰ ਦੇ ਦੇ, ਪਰ ਇਹ ਕਲਯੁਗ ਕੇ ਕਾਮੀ ਕਹਿੰਦੇ ਵੀ ਆਡੀ ਲੈਣੀ ਹੈ। ਥੋੜਾ ਜਿਹਾ ਸਾਰਿਆਂ ਨੂੰ ਕੋ ਪੈਸੇ ਜ਼ਿਆਦਾ ਇਕੱਠੇ ਕਰਨਾ। ਆਪਾਂ ਕਿੱਥੇ ਚਲੇ ਗਏ? ਅਵਸਥਾ ਇਹ ਆ ਸਾਧੂ ਦੀ ਕਮਾਈ ਹੈ, ਆ ਸਾਧੂ ਦਾ ਜੀਵਨ ਹੈ। ਗੁਰ ਸਾਗਰ ਦੇ ਵਿੱਚ ਇਸ ਤਰ੍ਹਾਂ ਦੀਆਂ ਉਹਦੀਆਂ ਪ੍ਰਾਪਤੀਆਂ ਨੇ। ਚੌਥੇ ਪਦ ਕੋ ਜੇ ਮਨਪਤੀ ਆਏ। ਚੌਥੇ ਪਦ ਕਉ ਜੇ ਮਨ ਪਤੀ ਆਏ। ਚੌਥੀ ਅਵਸਥਾ ਦਾ ਜੇ ਉਹ ਅਧਿਕਾਰੀ ਬਣਨਾ ਚਾਹੁੰਦਾ ਹੈ। ਹਾਂਜੀ, ਸਾਚੇ ਨਿਰਮਲ ਮੈਲ ਨ ਲਾਗੈ। ਸੱਚੇ ਦੇ ਨਿਰਮਲ ਦੇ ਅੰਦਰ ਕਦੇ ਮੈਲ ਨਹੀਂ ਆਉਂਦੀ, ਮਲਮਾ ਨਹੀਂ ਆਉਂਦਾ, ਮਿਲਾਵਟ ਨਹੀਂ ਆਉਂਦੀ, ਉਹ ਕਦੇ ਕੁਸ਼ੁੱਧ ਨਹੀਂ ਹੁੰਦਾ। ਹਾਂਜੀ,
ਗੁਰ ਕੈ ਸ਼ਬਦ ਭਰਮ ਭਉ ਭਾਗੈ। ਗੁਰੂ ਦੇ ਸ਼ਬਦ ਨਾਲ ਉਹਦੇ ਸਾਰੇ ਭਉ ਜਿਹੜੇ ਨੇ, ਡਰ ਜਿਹੜੇ ਨੇ, ਉਹ ਮੁੱਕ ਗਏ ਨੇ, ਖਤਮ ਹੋ ਗਏ ਨੇ। ਹਾਂਜੀ, ਸੂਰਤ ਮੂਰਤ ਆਦ ਅਨੂਪ। ਉਹ ਪਰਮਾਤਮਾ ਜਿਹੜਾ ਸੂਰਤ ਮੂਰਤ ਆਦ ਅਨੂਪ, ਇਸ ਵਡਿਆਈ ਦਾ, ਇਸ ਪ੍ਰਤਿਭਾ ਦਾ, ਇਹਨਾਂ ਵਡਿਆਈਆਂ ਦਾ, ਗੁਣਾਂ ਦਾ ਜਿਹੜਾ ਮਾਲਕ ਹੈ। ਹਾਂਜੀ, ਨਾਨਕ ਜਾਚੈ ਸਾਚ ਸਰੂਪ। ਗੁਰੂ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਇੱਥੇ ਉਪਦੇਸ਼ ਕਰਦਿਆਂ ਸਾਨੂੰ ਸਮਝਾਉਂਦੇ ਨੇ, ਨਾਨਕ ਜਾਚੈ ਸਾਚ ਸਰੂਪ। ਮੈਂ ਵੀ ਉਸ ਸੱਚੇ ਸੂਰਤ ਮੂਰਤ ਆਦ ਅਨੂਪ ਵਾਲੇ ਉਸ ਪ੍ਰਮਾਤਮਾ ਦੇ ਦਰ ਤੋਂ ਉਹਦੀ ਸਿਫਤ ਸਲਾਹ, ਉਹਦੇ ਨਾਮ ਦੀ ਦਾਤ ਮੰਗਦਾ, ਕਿਉਂਕਿ ਉਹ ਤਾਂ ਗੁਰਸਾਗਰ ਹੈ, ਉੱਥੇ ਤਾਂ ਰਤਨ ਭਰੇ ਹੋਏ ਨੇ, ਪਰ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਕੋਈ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਉਸ ਸਾਗਰ ਵਿੱਚ ਰਹਿੰਦੇ ਨੇ, ਹੀਰੇ ਮੋਤੀ ਚੁਗਦੇ ਨੇ, ਉਹ ਬੱਗ ਨਹੀਂ ਬਣਦੇ, ਡੱਡਾ ਨਹੀਂ ਪਾਲਦੇ, ਚਿੱਕੜ ਚ ਨਹੀਂ ਨਹਾਉਂਦੇ ਜਾ ਕੇ, ਉਹ ਗੁਰੂ ਦੇ ਦਰ ਤੋਂ ਟੁੱਟ ਕੇ ਕਿਤੇ ਹੋਰ ਨਹੀਂ ਜਾਂਦੇ। ਇਹਨੇ ਸ਼ਬਦ ਪ੍ਰਵਾਨ ਕਰਨਾ ਜੀ। ਭੁੱਲਾਂ ਮੇਰੀਆਂ ਨੇ, ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਪੱਲੇ ਬੰਨ ਲੈਣਾ। ਫਤਿਹ ਬੁਲਾਉਣ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਅਕਾਲ ਪੁਰਖ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ, ਜਿਨ੍ਹਾਂ ਨੇ ਕਿਰਪਾ ਕੀਤੀ, ਦੋ ਸ਼ਬਦ ਬੋਲਣ ਦੀ ਦਾਤ ਆਪਣੀ ਗੋਦ ਵਿੱਚ ਬਿਠਾ ਕੇ ਬਖਸ਼ੀ ਹੈ। ਆਪ ਸੰਗਤ ਦਾ ਧੰਨਵਾਦ, ਸਾਰੇ ਪ੍ਰਬੰਧ ਦਾ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜੋ ਮੁੱਖ ਗ੍ਰੰਥੀ ਹਨ, ਸ਼੍ਰੀ ਹਰਿਮੰਦਰ ਸਾਹਿਬ, ਜਥੇਦਾਰ ਸਾਹਿਬ ਹਨ ਸ਼੍ਰੀ ਅਕਾਲ ਤਖਤ ਸਾਹਿਬ, ਜਿਨ੍ਹਾਂ ਨੇ ਸਮਾਂ ਵੰਡ ਕਰਦਿਆਂ ਆਪ ਜੀ ਦੇ ਦਰਸ਼ਨ ਕਰਨ ਦਾ ਹੁਕਮ ਕੀਤਾ। ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਸਾਰਿਆਂ ਦਾ ਧੰਨਵਾਦ। ਆਓ ਫਤਿਹ ਬੁਲਾਉਣ ਤੋਂ ਪਹਿਲਾਂ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਦਾ ਪਾਠ ਸਰਵਣ ਕਰੀਏ। ਹਾਂਜੀ, ਸੂਰਤ ਮੂਰਤ ਆਦ ਅਨੂਪ, ਨਾਨਕ ਜਾਚੈ ਸਾਚ ਸਰੂਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ